ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। तेरे कवन कवन गुण कह कहे गावा, तू साहिब गुणी निधाना। तुमरी महिमा वर्ण ना साको, तू ठाकुर ऊच भगवाना। तुमरी महिमा वर्ण ना साको, तू ठाकुर ऊच भगवाना। सतनाम वाहिगुरु साहिब जियो। महला तीजा कंता नाल महेलियां, सेती अग जलाए। कंता नाल महेलियां, सेती अग जलाए। जे जाने फिर अपना, तां तन दुख सहाय। नानक कंत ना जाननी, से क्यों अग जलाए। भावें जीवों कै मरो, दूरों ही भज जाए। पौड़ी तुद दुख सुख नाल उपाया, लेख करतै लिखिया। नावें जेवड होर दात नाही, तिस रूप न रिखिया। नाम अखुट निधान है, गुरमुख मन वसिया। कर कृपा नाम देवसी, फिर लेख न लिखिया। सेवक भाए से जन मिले, जिन हर जप जपिया। कर कृपा नाम देवसी, फिर लेख न लिखिया। सेवक भाए से जन मिले, जिन हर जप जपिया। वाहिगुरु जी का खालसा, वाहिगुरु जी की फतेह। जुगो जुगा टल धन धन गुरु ग्रंथ साहिब जी। गुरु पातशाह जी की अपार बख्शिश, शाम समय असी सत्संगत के पल प्राप्त किए ने। आप गुरबाणी कीर्तन सरवण कर रहे सी। हुण समा बनिया है गुरु शब्द व्याख्या दा। सूही की वार महल तीजे की गुरु अमरदास साहब द्वारा उचरित की गई पावन रचना वार वो असी विचार रहे हाँ। जो बचन आपने सरवण किए ने इस पावन मुकामी बाणी विचों 6 नंबर पौड़ी तो दे नाल लगदा एक श्लोक। वैसे समुचा पैकेज 3 श्लोक ते एक पौड़ी है। 2 श्लोक असी ऑलरेडी विचारे ने। जो 3 नंबर श्लोक है इहदी विचार असी कल प्रारंभ की सी। सो साडे कोल जो समा सीगा वो समाप्त हो गया। सो वी हैव टू रैप अप दैट टाइम। नाउ वी विल स्टार्ट वेयर वी हैव एक्चुअली लेफ्ट यस्टरडे। सो आप उत्थों ही शुरुआत कर रहे हैं। बचन है महला तीजा, कंता नाल महेलियां, सेती अग जलाए। महेलियाँ वैसे आम करके स्त्रियाँ
ਦੀਆਂ ਸਖੀਆਂ ਨੂੰ ਕਿਹਾ ਜਾਂਦਾ ਹੈ, ਪਰ ਇੱਥੇ ਮਹੇਲੀਆਂ ਇਸਤਰੀ ਭਾਵ ਦੇ ਵਿੱਚ ਲਿਆ ਜਾ ਰਿਹਾ ਹੈ। ਜੋ ਉੱਤੇ ਬਚਨ ਆਇਆ ਸੀਗਾ, ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਪੀਸੋ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਉਸ ਰੂਪ ਵਿੱਚ ਮੈਸੇਜ ਅਸੀਂ ਪੜ੍ਹ ਰਹੇ ਸੀਗੇ। ਸਮਾਜਿਕ ਵਰਤਾਰੇ ਦੇ ਵਿੱਚ ਔਰਤ ਦੀ ਹੋਣੀ ਬਾਰੇ ਬੜੀ ਡਿਟੇਲਡ ਬਾਤ ਹੋਈ। ਜੋ ਸਮਾਜ ਦੀ ਰਿਵਾਇਤ ਸੀ, ਪਤੀ ਦੇ ਮਰਨ ਤੋਂ ਬਾਅਦ ਇਸਤਰੀ ਨੂੰ ਨਾਲ ਜਲਾਇਆ ਜਾਏ, ਉਹਦੀ ਬਾਤ ਹੋਈ। ਗੁਰਬਾਣੀ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਐਡਰੈਸ ਕਰਦੀ ਹੈ ਅਤੇ ਹਰ ਇੱਕ ਸਾਡੇ ਜੋ ਵਿਹਾਰ ਨੇ ਮਨੁੱਖ ਦੇ ਮਨੁੱਖ ਨਾਲ, ਮਨੁੱਖ ਦੇ ਆਪਣੇ ਨਾਲ, ਮਨੁੱਖਾਂ ਦੇ ਸਮੂਹ ਨਾਲ, ਹਰ ਲੈਵਲ 'ਤੇ ਯੂ ਕੈਨ ਸੇ ਇਨ ਸੋਸ਼ਲ ਸਟਰਕਚਰ, ਵਟ ਐਵਰ ਲੇਅਰ we live, whatever layer which is applied in our life, Guru Baba Ji address us, Guru Baba Ji give us message toward improve in that level of life. ਸੋ ਇਹਦੇ ਅੰਦਰ ਸਮਾਜ ਦੇ ਵਿੱਚ ਸਾਡੀ ਸਾਰਿਆਂ ਦੀ ਹੋਣੀ ਤੇ ਹੋਂਦ ਕਿਵੇਂ ਹੋਣੀ ਚਾਹੀਦੀ ਹੈ, ਸਾਡੇ ਰਿਲੇਸ਼ਨਸ਼ਿਪ ਕਿਵੇਂ ਵੈਲਿਊ ਕਰਦੇ ਨੇ ਸਾਨੂੰ, ਅਸੀਂ ਉਹਨਾਂ ਨੂੰ ਕਿਵੇਂ ਸੰਭਾਲਣਾ ਹੈ, ਇਸ ਸਾਰੇ ਬਾਰੇ ਸਿੱਖਿਆ ਹੈ। ਪਰ ਇਹਦੇ ਨਾਲ ਦੀ ਨਾਲ ਜਿਹੜੀ ਸਾਡੀ ਇੱਕ ਇਨਰ ਰਿਲੇਸ਼ਨਸ਼ਿਪ ਆਪਣੇ ਆਪ ਦੇ ਨਾਲ, ਜਿਹਨੂੰ ਅਸੀਂ ਕਹਿ ਲਓ ਕਿ ਸਪਿਰਿਟ ਦਾ ਅਤੇ ਫਿਜ਼ੀਕਲ ਸਟਰਕਚਰ ਦਾ ਜਿਹੜਾ ਰਿਸ਼ਤਾ ਆ, ਕਿਉਂਕਿ ਜੇ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਪਾ ਰਿਹਾ, ਆਪਣੇ ਅੰਦਰ ਦੀ ਦੁਨੀਆ ਨੂੰ ਹੀ ਨਹੀਂ ਚਲਾ ਪਾ ਰਿਹਾ, ਬਾਹਰ ਦੀ ਦੁਨੀਆ ਤਾਂ ਡੈਫੀਨਿਟਲੀ ਚਲਾਉਣੀ ਔਖੀ ਹੋ ਜਾਏਗੀ। ਬੰਦੇ ਦੇ ਆਪਣੇ ਹੀ ਥਾਟ ਕਿਸੇ ਇੱਕ ਲਾਈਨ ਦੇ ਵਿੱਚ ਅਲਾਈਨ ਨਹੀਂ ਹੈਗੇ, ਕਿਸੇ ਇੱਕ ਜਗ੍ਹਾ ਦੇ ਉੱਤੇ ਉਹ ਟਿਕਦੇ ਨਹੀਂ। ਬੰਦੇ ਦੇ ਅੰਦਰ ਦੀ ਦੁਨੀਆ ਹੀ ਬੜੀ ਮਿਜ਼ਰੇਬਲ ਆ, ਬਾਹਰ ਤੇ ਫਿਰ ਮਿਜ਼ਰੀ ਦਾ ਇਜ਼ਹਾਰ ਹੋਏਗਾ। ਸੋ ਗੁਰੂ ਬਾਬਾ ਜੀ ਜਿਵੇਂ ਬਾਣੀ ਹੈ, ਬਾਹਰਲੇ ਰਿਸ਼ਤਿਆਂ ਦੀ, ਬਾਹਰਲਿਆਂ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਦੀ, ਉਹਦੀ ਮਿਸਾਲ ਦਿੰਦਿਆਂ ਹੋਇਆਂ ਹੁਣ ਸਾਨੂੰ ਅੰਦਰ ਦੀ ਦੁਨੀਆ ਵਿੱਚ ਲੈ ਆਏ। ਇੱਥੇ ਜੋ ਬਚਨ ਆ ਰਿਹਾ ਹੈ, ਇਸ ਨੂੰ ਸਾਹਿਬ ਕਹਿੰਦੇ ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਂ ਹੈ। ਮੈਂ ਇਹਦੀ ਵਿਆਖਿਆ ਬੀਤੇ ਕੱਲ ਕਰਨ ਦਾ ਪ੍ਰਯਾਸ ਕੀਤਾ ਸੀ, ਪਰ ਅੱਜ ਲੈਟ ਮੀ ਗਿਵ ਸਮ ਐਗਜ਼ਾਮਪਲ ਫਰਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਦਿਨ ਏ ਡਿਫਰੈਂਟ ਪਰਸਪੈਕਟਿਵ। ਜਿਵੇਂ ਆਪਾਂ ਸ਼ਾਇਦ ਬੀਤੇ ਕੱਲ ਬਾਤ ਪਾਈ ਹੋਏ ਥੋੜ੍ਹੀ ਬਹੁਤੀ, ਮਹਾਰਾਜ ਬਿਆਨ ਕਰਦੇ, ਬਾਬਾ ਕਬੀਰ ਜੀ ਦਾ ਬਚਨ ਹੈ, ਜੀਵਤ ਪਿਤਰ ਨਾ ਮਾਨੈ ਕੋ ਮੋਏ ਸਰਾਧ ਕਰਾਈ, ਪਿਤਰ ਪੀ ਬਪਰੇ ਕਹੋ ਕਿਉਂ ਪਾਵੈ, ਕਊਆ ਕੂਕਰ ਖਾਈ। ਆਪਨੇ ਸ਼ਬਦ ਕਈ ਵਾਰੀ ਸਰਵਣ ਕੀਤਾ ਹੋਏਗਾ। ਜਿਉਂਦੇ ਬਜ਼ੁਰਗਾਂ ਨੂੰ ਕੋਈ ਪਾਣੀ ਨਹੀਂ ਪੁੱਛਦਾ, ਕੋਈ ਇੱਜ਼ਤ ਨਹੀਂ, ਕੋਈ ਮਾਣ ਨਹੀਂ, ਕੋਈ ਸਤਿਕਾਰ ਨਹੀਂ, ਕੋਈ ਅਦਬ ਨਹੀਂ, ਕੋਈ ਕੇਅਰ ਨਹੀਂ। ਮਰਨ ਤੋਂ ਬਾਅਦ ਉਹਨਾਂ ਦੇ ਬਾਬਤ ਰੋਇਆ ਵੀ ਜਾਂਦਾ, ਕੀਰਨੇ ਵੀ ਪਾਏ ਜਾਂਦੇ ਸਭ। ਅਤੇ ਭਾਰਤੀ ਪ੍ਰਪਾਰਟੀ ਦੇ ਵਿੱਚ ਮਰਿਆਂ ਦੇ ਨਿਮਿਤ ਪਿੰਡ ਭਰਾਏ ਜਾਂਦੇ, ਗਤੀਆਂ ਕਰਾਈਆਂ ਜਾਂਦੀਆਂ, ਬਹੁਤ ਕੁਝ ਐਸਾ ਹੁੰਦਾ। ਗੁਰੂ ਮਹਾਰਾਜ ਦੀ ਬਾਣੀ 'ਚ ਬਾਬਾ ਕਬੀਰ ਜੀ ਨੇ ਕਿਹਾ, ਜੇ ਤੁਹਾਨੂੰ ਇੰਨੀ ਪਿਤਰ ਆਸਥਾ ਆ ਤੇ ਫਿਰ ਇੱਕ ਕੰਮ ਕਰੋ, ਮਰ ਗਿਆ ਕਿੰਨੇ ਵੇਖਿਆ, ਮੋਹਿਆਂ ਦੇ ਨਾਂ ਦੇ ਪਿੰਡ ਭਰਾਉਂਦੇ ਹੋ, ਮਟੀਆਂ ਬਣਾਉਂਦੇ ਹੋ, ਨਦੀਆਂ ਜਠੇਰੇ ਬਣਾ ਕੇ ਪੂਜਦੇ ਹੋ ਉਹਨਾਂ ਨੂੰ, ਉਹਨਾਂ ਦੇ ਨਾਂ 'ਤੇ ਖੀਰਾਂ ਕੜਾਹ ਬਣਾ ਕੇ ਉਹ ਮਟੀਆਂ 'ਤੇ ਜਾ ਕੇ ਪਾ ਦਿੰਦੇ ਹੋ। ਉਹ ਤੇ ਵਿਚਾਰੇ ਕੀ ਖਾਣਗੇ? ਕਊਆ ਕੂਕਰ ਖਾਹੀ, ਕਾਂ ਖਾਂਦੇ ਨੇ, ਕੁੱਤੇ ਖਾਂਦੇ ਨੇ। ਇਹ ਤਾਂ ਵੈਸੇ ਹੀ ਅੰਨ ਦੀ ਵੀ ਬੇਹਰੁਮਤੀ ਹੈ, ਇਹ ਤਾਂ ਵੈਸੇ ਵੀ ਆਪਣੇ ਪਿਤਰਾਂ ਦੀ ਵੀ ਬੇਹਰੁਮਤੀ ਹੈ, ਉਹਨਾਂ ਦੀ ਵੀ ਬੇਅਦਬੀ ਹੈ। ਉਹਨਾਂ ਦੇ ਨਾਂ ਦੇ ਉੱਤੇ ਕੁੱਤਿਆਂ ਨੂੰ ਖਵਾ ਰਹੇ ਹੋ, ਉਹਨਾਂ ਦੇ ਨਾਂ ਦੇ ਉੱਤੇ ਕਾਵਾਂ ਨੂੰ ਖਵਾ ਰਹੇ ਹੋ। ਸੋ ਇਸ ਕਿਸਮ ਦੇ ਨਾਲ ਸਾਨੂੰ ਇੱਕ ਚੈਲੰਜ ਵੀ ਕੀਤਾ, ਸਾਨੂੰ ਇੱਕ ਇੰਪਾਵਰਮੈਂਟ ਦੇ ਰੂਪ ਵਿੱਚ ਵੀ ਬਾਤ ਕੀਤੀ ਗਈ। ਹੁਣ ਇਹਦੇ 'ਚ ਇਸ ਤਰੀਕੇ ਨਾਲ ਜਾਣੋ ਕਿ ਜੋ ਲੋਕ ਜਿਉਂਦਿਆਂ ਦੇ ਨਾਲ ਸਿੱਝਦੇ ਨੇ, ਨਜਿੱਠਦੇ ਨੇ, ਨਾਲ ਉਹਨਾਂ ਦੇ ਆਪਣਾ ਜੀਵਨ ਦੁੱਖ ਸੁੱਖ ਸਾਂਝਾ ਕਰਦੇ ਨੇ, ਰਿਸ਼ਤਾ ਇਹ ਹੁੰਦਾ ਆ। ਰਿਸ਼ਤਾ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੇ ਜਿਉਂਦੇ ਜੀ ਉਹਨੂੰ ਸੰਭਾਲਣਾ ਨਹੀਂ, ਉਹਦੇ ਨਾਲ ਸਿੱਝਣਾ ਨਹੀਂ, ਮੁੜ ਕੇ ਮਰਨ ਤੋਂ ਬਾਅਦ ਉਹਦੀਆਂ ਟਾਰਾਂ ਦੇਣੀਆਂ, ਸਭ ਚੀਜ਼ਾਂ ਕਰਨੀਆਂ। ਇਹਨੂੰ ਇੱਕ ਸਰਲ ਐਗਜ਼ਾਮਪਲ ਦੇ ਦੇਣਾ ਆਪਣੇ ਸਮਾਜਾਂ ਦੇ ਵਿੱਚੋਂ। ਵੈਸੇ ਤੇ there are tons of examples ਮੇਰੇ ਤੋਂ ਵੱਧ ਜਿਨ੍ਹਾਂ ਨੇ ਜੀਵਨ ਜੀਆ ਉਹਨਾਂ ਕੋਲ ਵੀ ਹੋਣਗੀਆਂ।
ਸਾਡੇ ਇਸੇ ਗੁਰਦੁਆਰਾ ਸਾਹਿਬ ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਇੱਕ ਪ੍ਰੋਗਰਾਮ ਸੀਗਾ ਅਤੇ ਡੈਫੀਨੇਟਲੀ ਕਿਸੇ ਬਜ਼ੁਰਗ ਦੇ ਗੁਜ਼ਰਨ ਜਾਣ ਤੋਂ ਬਾਅਦ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਸੀਗਾ, ਜਿਹਨੂੰ ਅਸੀਂ ਵਰੀਣਾ ਕਹਿੰਦੇ ਹਾਂ। ਹਾਲਾਂਕਿ ਗੁਰਮਤਿ ਆਸ਼ੇ ਦੇ ਵਿੱਚ ਮਿੱਠੀ ਯਾਦ ਹੈ, ਵਰੀਣੇ ਦਾ ਕੋਈ ਕੌਨਸੈਪਟ ਨਹੀਂ ਗੁਰਮਤਿ ਦੇ ਵਿੱਚ। ਵਰੀਣੇ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਲਫ਼ਜ਼ ਬਣਿਆ ਵਰਾ ਪਲਸ ਹੀਣਾ, ਦੋ ਡਿਫਰੈਂਟ ਵਰਡਸ ਨੂੰ ਇੱਕ ਜਗ੍ਹਾ 'ਤੇ ਕੰਬਾਈਨ ਕੀਤਾ ਗਿਆ, ਜਿਹਨੂੰ ਅਸੀਂ ਕਹਿੰਦੇ ਹਾਂ ਸਮਾਸ ਜੋੜਨਾ। ਇੱਕ ਸਮਾਸੀ ਸਾਂਝ ਆ। ਸਮਾਸੀ ਸਾਂਝ ਇਹ ਹੁੰਦੀ ਹੈ ਕਿ ਵਰੀਣਾ ਵਰਾ ਪਲਸ ਹੀਣਾ, ਵਰੇ ਨੂੰ ਛੋਟਾ ਕਰਕੇ ਉਸ ਰੂਪ ਦੇ ਵਿੱਚ ਜੋ ਹੈਗਾ ਮਤਲਬ ਕੋਈ ਪ੍ਰੋਗਰਾਮ ਰੱਖਣਾ ਸਾਲ ਤੋਂ ਪਹਿਲਾਂ, ਕਿਉਂਕਿ ਜਿਹੜੀ ਸਮ੍ਰਿਤੀ ਅਤੇ ਬ੍ਰਾਹਮਣੀ ਧਾਰਾ ਆ ਉਹਦੇ 'ਚ ਇਹ ਮੰਨਿਆ ਗਿਆ ਕਿ ਇਸ ਦੇਸ਼ ਤੋਂ ਅਗਲੇ ਦੇਸ਼ ਆਤਮਾ ਨੂੰ ਜਾਣ ਵਾਸਤੇ 1 ਸਾਲ ਦਾ ਸਮਾਂ ਲੱਗਦਾ ਹੈ। ਜਦੋਂ ਗਤੀ ਕਰਦੇ ਨੇ ਤਾਂ ਦੀਵੇ 365 ਦੀਵੇ ਬਣਾ ਕੇ ਤੇ ਉਹਨਾਂ ਨੂੰ ਬਾਲਦੇ ਨੇ ਅਤੇ ਫਿਰ ਗਤੀ ਵਗੈਰਾ ਕਰਦੇ ਨੇ। ਅਤੇ ਉਹ ਕਹਿੰਦੇ ਵੀ ਹੋ ਸਕਦਾ ਇੱਕ ਦਾ ਦੀਵਾ ਰਸਤੇ 'ਚ ਬੁਝ ਜਾਏ, ਕਿਤੇ ਐਸਾ ਨਾ ਹੋਏ ਜੋ ਤੁਸੀਂ ਤੁਹਾਡਾ ਕੋਈ ਮਰ ਗਿਆ ਉਹ ਉੱਥੇ ਪਹੁੰਚੇ ਹੀ ਨਾ, ਰਸਤੇ 'ਚ ਹਨੇਰਾ ਪੈ ਜਾਏ, ਇਸ ਕਰਕੇ ਸਾਲ ਤੋਂ ਪਹਿਲਾਂ ਇੱਕ ਵਾਰੀ ਹੋਰ ਗਤੀ ਕਰਾ ਲਓ। ਸੋ ਇਹ ਬਾਤ ਹੋਈ। ਇਹਦੇ ਉੱਤੇ ਬਹੁਤ ਸਾਰਾ ਗੁਰਬਾਣੀ ਦਾ ਮੈਸੇਜ ਵੀ ਸਾਡੇ ਕੋਲ ਆ, ਸਾਡੇ ਕੋਲ ਬਹੁਤ ਸਾਰਾ ਸਾਖੀ ਸਾਹਿਤ ਵੀ ਹੈ, ਸਾਡੀਆਂ ਇਤਿਹਾਸਕ ਪਰੰਪਰਾਵਾਂ ਵਿੱਚੋਂ ਵੀ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ। ਗਰੁੜ ਪੁਰਾਣ ਦੀ ਕਹਾਣੀ ਹੈ ਸਾਰੀ ਇਹ ਜਿਹੜੀ ਮੈਂ ਬਿਆਨ ਕੀਤੀ ਹੈ। ਅਤੇ ਇਹਦੇ 'ਚ ਇੱਕ ਵਾਰੀ ਹੋਇਆ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਬਾਤ ਆ। ਇੱਕ ਬ੍ਰਾਹਮਣ ਆ ਗਿਆ ਗੁਰੂ ਸਾਹਿਬ ਦੇ ਕੋਲ, ਗਰੁੜ ਪੁਰਾਣ ਉਹਨੇ ਲਿਆ ਹੱਥ ਦੇ ਵਿੱਚ ਕੀਰਤਪੁਰ ਸਾਹਿਬ, ਅਤੇ ਆ ਗੁਰੂ ਸਾਹਿਬ ਨੂੰ ਕਹਿੰਦਾ ਹੈ ਕਿ ਮੈਂ ਤੇ ਜੀ ਆ ਵਿੱਦਿਆ ਹੀ ਪੜ੍ਹੀ ਏ, ਇਹਦੀ ਮੈਂ ਕਥਾ ਜਾਣਦਾ ਹਾਂ, ਅਤੇ ਆਲੇ ਦੁਆਲੇ ਇਸ ਇਲਾਕੇ ਦੇ ਵਿੱਚ ਗੁਰਮਤਿ ਗਿਆਨ ਦੀ ਰੌਸ਼ਨੀ ਆਉਣ ਕਰਕੇ ਮੇਰੀ ਕੋਈ ਹੁਣ ਬਹੁਤੀ ਲੋੜ ਨਹੀਂ ਰਹਿ ਗਈ, ਅਤੇ ਇਸ ਕਰਕੇ ਮੈਨੂੰ ਕੋਈ ਸੁਣਦਾ ਨਹੀਂ ਗਾ, ਮੈਂ ਕਿੱਧਰ ਜਾਵਾਂ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਤਾਂ ਕਿਹੜੀ ਗੱਲ ਹੈ, ਆਖਰਕਾਰ ਜੇ ਤੂੰ ਕੋਈ ਵਿੱਦਿਆ ਸਿੱਖੀ ਹੈ ਅਤੇ ਉਹਦਾ ਮੁਜ਼ਾਹਰਾ ਕਰ, ਵੇਖਦੇ ਆ, ਚੱਲ ਸਾਡੇ ਸਿੱਖਾਂ ਨੂੰ ਸੁਣਾ। ਉਹ ਗਰੁੜ ਪੁਰਾਣ ਦਾ ਗ੍ਰੰਥ ਪੜ੍ਹ ਕੇ ਕਹਾਣੀ ਸੁਣਾਉਂਦਾ, ਉਹ ਸੰਸਕ੍ਰਿਤ ਦੀ ਟਰਾਂਸਲੇਸ਼ਨ ਕਰਕੇ ਉਹਦੇ ਵਿੱਚੋਂ। ਸਿੱਖ ਸੁਣਦੇ। ਹੁਣ ਇਹ ਗੁਰੂ ਸਾਹਿਬ ਦਾ ਮਾਇਨਾ ਇਹ ਸੀਗਾ, ਦੇਖੋ ਜਿਵੇਂ ਅੱਜ ਸਮਾਜਾਂ 'ਚ ਅਸੀਂ ਰਹਿੰਦੇ ਹਾਂ, ਅਗੇਨ ਆਈ ਕੈਨ ਓਪਨ ਵਨ ਮੋਰ ਐਕਚੁਅਲੀ ਕਾਈਂਡ ਆਫ ਕੈਨ ਆਫ ਵਾਰਮਸ, ਬਟ ਆਈ ਡੋਂਟ ਵਾਂਟ ਟੂ ਗੋ ਦੈਟ ਸਾਈਡ ਟੋਟਲੀ ਡਿਫਰੈਂਟ ਲੈਵਲ 'ਤੇ, ਬਟ ਐਗਜ਼ਾਮਪਲ ਨੂੰ ਸ਼ੋਰਟ ਹੀ ਕਰਾਂ ਉਹਦੇ 'ਚ। ਅੱਜ ਅਸੀਂ ਮਲਟੀਕਲਚਰਲ ਸੁਸਾਇਟੀ 'ਚ ਰਹਿ ਰਹੇ ਹੈਗੇ ਹਾਂ। ਕਈ ਵਾਰੀ ਗੱਲ ਆਉਂਦੀ ਹੈ, ਮੈਂ ਕਹਿੰਦਾ ਸਾਰੇ ਧਰਮਾਂ ਦੀ, ਸਾਰੇ ਡਿਫਰੈਂਟ ਬਿਲੀਵ ਸਿਸਟਮ ਨੂੰ ਬੰਦੇ ਨੂੰ ਸਮਝਣਾ ਚਾਹੀਦਾ, ਜ਼ਰੂਰ ਸਮਝਣਾ ਚਾਹੀਦਾ। ਜਿਵੇਂ ਆਪਾਂ ਮਲਟੀ ਲੈਂਗੁਏਜ ਪੜ੍ਹਦੇ ਹਾਂ ਨਾ, ਇਟਸ ਏ ਮਲਟੀ ਲੈਂਗੁਏਜ ਲੈਵਲ ਦੀ ਐਬਿਲਿਟੀ ਜਿਹੜੀ ਹੋਏ ਬੰਦੇ ਕੋਲ ਬੈਨੀਫੀਸ਼ੀਅਲ ਹੁੰਦੀ ਹੈ। ਸਿੱਖੀ ਤੇ ਇਹਨੂੰ ਅਲਾਓ ਕਰਦੀ ਹੈ। ਸਿੱਖੀ ਕਹਿੰਦੀ ਹੈ ਜਾਣੋ ਸਾਰਿਆਂ ਬਾਰੇ ਕੀ ਹੈ। ਹਾਂ, ਜਿਹੜੀ ਭਾਸ਼ਾ ਦੇ 'ਚ ਤੁਸੀਂ ਬੜੇ ਕੰਫਰਟੇਬਲ ਫੀਲ ਕਰਦੇ ਹੋ ਉਹਦੇ 'ਚ ਗੱਲਬਾਤ ਕਰੋ, ਜਿਹਦੇ ਤੁਹਾਡੇ ਭਾਵ ਪ੍ਰੋਪਰਲੀ ਅਦਾ ਹੁੰਦੇ ਨੇ। ਐਕਚੁਅਲੀ ਗੱਲ ਤਾਂ ਇਹ ਹੈ ਨਾ ਕਿ ਤੁਹਾਡੀ ਸਪਿਰਿਟ ਨਾਲ ਸਾਂਝ ਕਿਵੇਂ ਬਣ ਸਕਦੀ ਹੈ। ਮੈਂ ਕਹਿੰਦਾ ਗੁਰਬਾਣੀ ਵਰਗੀ ਰਚਨਾ ਜੇ ਬੰਦੇ ਨੂੰ ਪੜ੍ਹਨੀ ਆ ਜਾਏ ਤਾਂ ਇਸ ਤੋਂ ਵਧੀਆ ਕੀ ਹੈ। ਬੰਦਾ ਰੱਬੀ ਕੀਰਤਨ ਗਾਏ, ਰੱਬੀ ਨਗਮੇ ਗਾਏ ਅਤੇ ਬੰਦਗੀ ਹੋ ਜਾਏ, ਕਿਆ ਕਮਾਲ ਹੈ। ਕੋਈ ਹੋਰ ਚੀਜ਼ ਦੀ ਲੋੜ ਨਹੀਂ। ਕਿਸੇ ਜਪ ਤਪ ਸੰਜਮ ਤੀਰਥ ਕਰਮ ਕਾਂਡ ਨਥਿੰਗ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਗੱਲ ਹੈ ਨਾ। ਇਹ ਖਿਆਲ ਦਿੱਤਾ ਗਿਆ ਸਾਨੂੰ, ਦੈਟ ਇਜ਼ ਦ ਬੈਸਟ ਐਕਟੀਵਿਟੀ ਯੂ ਕੈਨ ਡੂ। ਖੈਰ, ਜਿਹੜੀ ਬੇਨਤੀ ਕਰ ਰਿਹਾ ਸੀਗਾ, ਗੁਰੂ ਸਾਹਿਬ ਨੇ ਇਸ ਚੀਜ਼ ਦਾ ਰੂਮ ਵੀ ਰੱਖਿਆ। ਦੇਖੋ ਉੱਥੇ ਉਹ ਪੜ੍ਹਦਾ ਉਹ ਗ੍ਰੰਥ, ਅਤੇ ਉਹ ਸੁਣਾਉਂਦਾ ਸਿੱਖਾਂ ਨੂੰ ਕਿਉਂਕਿ ਰੂਹ ਨੂੰ ਇਸ ਦੇਸ਼ ਤੋਂ ਅਗਲੇ ਦੇਸ਼ ਜਾਣ ਵਾਸਤੇ ਜਿਹੜਾ ਆ ਸਾਲ ਦਾ ਸਮਾਂ ਲੱਗੇਗਾ। ਸਿੱਖਾਂ ਨੇ ਬਾਤ ਸੁਣੀ, ਸਿੱਖਾਂ ਨੂੰ ਲੱਗਾ ਕਿਆ ਜਿਹੜਾ ਹੈਗਾ ਸਾਰੇ ਦਾ ਸਾਰਾ ਇਹ ਇੱਕ ਕਾਲਪਨਿਕ ਪੁਲੰਦਾ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਇੱਕ ਸਿੱਖ ਨੇ ਕਿਹਾ, ਕਹਿੰਦਾ ਕਿ ਗੱਲ ਇਹ ਹੈ ਵਿਪਰ ਜੀ, ਤੁਸੀਂ ਤਾਂ ਗੱਲ ਕਹਿਤੀ, ਤੁਹਾਡਾ ਰਚਨਾ ਕਹਿ ਰਹੀ ਹੈ, ਪਰ ਮੈਂ ਗੁਰੂ ਕਾ ਸਿੱਖ ਹਾਂ, ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇੰਨਾ ਸਮਾਂ ਲੱਗੇਗਾ।
ਜੇ ਸਪੋਜ਼ ਕਰੋ ਉਸ ਰੂਪ ਵਿੱਚ ਜਾਣਾ ਵੀ ਹੋਏ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਇਸ ਜੇ ਸਫ਼ਰ ਕਰਨਾ ਵੀ ਪਿਆ ਤੇ ਆਪਾਂ ਮਹੀਨਾ ਨਹੀਂ ਪੈਣ ਦੇਣਾ, ਪਹਿਲੇ ਕੱਢ ਦੇਣਾ, ਉਸ ਤੋਂ ਪਹਿਲੇ ਆਪਾਂ ਉੱਥੇ ਪਹੁੰਚ ਜਾਣਾ। ਦੂਸਰੇ ਨੇ ਕਿਹਾ, ਉਹ ਕਰਤੇ ਕਟਾਖ ਰਹੇ ਨੇ ਅਸਲ 'ਚ, ਜਿਹਨੂੰ ਕਹਿ ਲਓ ਟਾਉਂਟਿੰਗ ਹੋ ਰਹੀ ਹੈ, ਉਹ ਦੱਸ ਰਹੇ ਨੇ ਵੀ ਉਹ ਭਲਿਆ ਇਹ ਕਿਹੜੀਆਂ ਗੱਲਾਂ ਸੁਣਾ ਰਹੇ ਸਾਨੂੰ, ਅਸੀਂ ਤਾਂ ਗੁਰੂ ਕੇ ਸਿੱਖ ਆ। ਦੂਸਰਾ ਕਹਿੰਦਾ ਨਹੀਂ ਮਹੀਨਾ ਤਾਂ ਬਹੁਤ ਜ਼ਿਆਦਾ ਹੈ, ਸਤਵਾਰਾ ਬਹੁਤ ਹੈ, ਹਫ਼ਤਾ ਵੀਕ 'ਚ ਪਹੁੰਚ ਜਾਵਾਂਗੇ। ਉਹ ਤੀਸਰਾ ਕਹਿੰਦਾ ਨਹੀਂ ਆਪਾਂ ਨੂੰ ਇੰਨਾ ਟਾਈਮ ਨਹੀਂ ਲੱਗਣਾ, ਆਪਾਂ ਤੇ ਇੱਕੋ ਦਿਨ 'ਚ ਹੀ ਬਾਜੀ ਮਾਰ ਜਾਣੀ ਹੈ। ਭਾਈ ਗੁਰਦਾਸ ਜੀ ਸੁਣ ਰਹੇ ਸਾਰੀ ਗੱਲ, ਕਿਉਂਕਿ ਸਕਾਲਰ ਵਿਦਵਾਨ ਨੇ, ਆਖਰਕਾਰ ਗੁਰਮਤਿ ਦੇ ਵਿਆਖਿਆਕਾਰ ਨੇ। ਉਹ ਕਹਿੰਦੇ ਸਿੱਖੋ ਕਿਹੜੀਆਂ ਗੱਲਾਂ ਕਰ ਰਹੇ ਹੋ, ਜਿਹੜਾ ਸਾਰਾ ਤੁਸੀਂ ਦੱਸ ਰਹੇ ਹੋ ਇਹ ਸਾਡਾ ਨਹੀਂਗਾ। ਅਸਲ ਵਿੱਚ ਗੱਲ ਇਹ ਹੈ, ਜੇ ਤੁਸੀਂ ਸਿੱਖੀ ਦੇ ਰਾਹ ਤੇ ਤੁਰ ਪਏ ਨਾ, ਇਹ ਰਾਹ ਹੀ ਆਪਾਂ ਛੱਡ ਦੇਣਾ ਹੈ। ਜੇ ਪੈਂਡੇ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੁਰਾਰੀ, ਜਿਸ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਸੰਸਾਰਿਕ ਪਨਿਹਾਰੀਆਂ ਲੁੱਟੀਆਂ ਹੋ ਜਾਂਦੀਆਂ ਨੇ, ਉਹਨਾਂ ਦੀ ਲੁੱਟ ਖਸੁੱਟ ਹੁੰਦੀ, ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਏ, ਸਿੱਖੀ ਨੇ ਉਹ ਰਾਹ ਛੱਡ ਦਿੱਤਾ ਆ। ਸਾਡਾ ਕੋਈ ਵਾਸਤਾ ਨਹੀਂ ਇਸ ਕਰਮਕਾਂਡੀ ਦੁਨੀਆ ਦੇ ਨਾਲ। ਕਿਆ ਜਿਹੇ ਪੈਂਡੇ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੁਰਾਰੀ, ਸਤਿਗੁਰ ਪੂਰੇ ਸਾਚ ਕਿਹਾ ਨਾਮ ਤੇਰੇ ਕੀ ਮੁਕਤੇ ਬੀਥੀ, ਜਮਕਾ ਮਾਰਗ ਦੂਰ ਰਿਹਾ। ਜਿਹੜਾ ਜਮਾ ਵਾਲਾ ਰਾਹ ਹੈ ਨਾ, ਉਹ ਕੱਟਿਆ ਗਿਆ, ਫਿਨਿਸ਼, ਖਤਮ। ਸਾਡਾ ਰਾਹ ਨਹੀਂ ਗਾ ਉਹ, ਅਸੀਂ ਉਸ ਪਾਸੇ ਨਹੀਂ ਜਾਣਾ। ਸੋ ਗੁਰਮਤਿ ਨੇ ਸਾਨੂੰ ਉਹਨਾਂ ਸਭ ਚੀਜ਼ਾਂ ਦੇ ਚੋਂ ਬਾਹਰ ਕੱਢਿਆ। ਪਰ ਦੇਖਾ ਦੇਖੀ, ਲੋਕ ਲਾਜ, ਪਰਿਵਾਰਾਂ ਦੇ ਬਿਲੀਵ ਸਿਸਟਮ, ਬਹੁਤ ਸਾਰੀਆਂ ਚੀਜ਼ਾਂ ਨਾਲ ਰਿਲੇਟ ਕਰਦੀਆਂ, ਤੇ ਫਿਰ ਲੋਕ ਆਪਣੋ ਕਰਮ ਕੁਲਾ ਧਰਮ ਸਭ ਕੋਉ ਕਰੇ, ਆਪਣੇ ਧਰਮ ਕੁਲਾ ਧਰਮ ਲੋਕੀ ਅਡਾਪਟ ਕਰਕੇ ਮੰਨੀ ਜਾਂਦੇ। ਉਹ 'ਚ ਹੋਇਆ ਇਹ ਕਿ ਉਹ ਵਰੀਣੇ ਦਾ ਸਮਾਗਮ ਮਤਲਬ ਸਾਲ ਦੇ ਵਿੱਚ ਉਹਨੇ ਰਖਾ ਲਿਆ ਇੱਥੇ। ਫੈਮਿਲੀ ਨੇ ਮੈਨੂੰ, ਮੈਂ ਕਥਾ ਕਰਨ ਲਈ ਆਉਣਾ ਸੀ, ਦੁਪਹਿਰ ਬਾਅਦ ਦਾ ਸਮਾਗਮ ਸੀ। ਮੈਂ ਆਇਆ ਤੇ ਸੱਜਣ ਥੱਲੇ ਇੱਥੇ ਮੇਨ ਗੇਟ 'ਤੇ ਖੜੇ ਤੇ ਮੈਨੂੰ ਫਤਿਹ ਬੁਲਾਈ, ਕਹਿਣ ਲੱਗੇ ਕਿ ਤੁਸੀਂ ਉੱਤੇ ਪ੍ਰੋਗਰਾਮ ਵਿੱਚ ਬੋਲਣਾ ਹੈ। ਮੈਂ ਕਿਹਾ ਹਾਂਜੀ ਬੋਲਣਾ ਹੈ। ਤੁਹਾਨੂੰ ਸਪੈਸ਼ਲ ਬੁਲਾਇਆ? ਮੈਂ ਕਿਹਾ ਹਾਂਜੀ ਮੈਨੂੰ ਸਪੈਸ਼ਲ ਬੁਲਾਇਆ। ਕਹਿੰਦੇ ਠੀਕ ਹੈ। ਅੱਛਾ, ਕਹਿੰਦਾ ਮੈਂ ਤੁਹਾਨੂੰ ਦੱਸਦਾ, ਜਿਹਨੇ ਬੁਲਾਇਆ ਆ ਉਹ ਬੇਟਾ ਲੱਗਦਾ ਹੈ ਜੋ ਗੁਜਰੇ ਨੇ, ਉਹਦੀ ਮਾਂ ਗੁਜਰੀ ਸੀ ਸਾਲ ਪਹਿਲਾਂ। ਮੈਂ ਉਹ ਜੋ ਉਹਦੀ ਮਾਂ ਲੱਗਦੀ ਸੀ ਜੋ ਗੁਜਰੀ ਹੈ, ਉਹਦਾ ਭਰਾ ਵਾਂ, ਮਾਮਾ ਲੱਗਦਾ ਉਹਦਾ। ਮੈਂ ਤੁਹਾਨੂੰ ਗੱਲ ਦੱਸਦਾ ਹਾਂ, ਇਹਨਾਂ ਦੋਨਾਂ ਜੀਆਂ ਨੇ ਉਸ ਨੂੰ ਬੜਾ ਤੰਗ ਕੀਤਾ। ਉਹਦੇ ਅਖੀਰਲੇ ਸਮੇਂ ਦੇ ਵਿੱਚ ਕੋਈ 5 ਸਾਲ ਤੇ ਐਸੇ ਬਤੀਤ ਜਿਸ 'ਚ ਇਹਨਾਂ ਨੇ ਬੁਲਾਇਆ ਵੀ ਨਹੀਂ ਉਹਨੂੰ। ਓਲਡ ਹੋਮ ਵਿੱਚ ਗੁਜਰੀ, ਸਾਰੀਆਂ ਗੱਲਾਂ ਕਹਿੰਦਾ। ਤੇ ਹੁਣ ਦੇਖੋ ਕੀ ਹੋ ਰਿਹਾ ਤਮਾਸ਼ਾ ਸਾਰੇ ਦਾ ਸਾਰਾ। ਕਹਿੰਦੇ ਤੁਸੀਂ ਨਾ ਗੁਰਬਾਣੀ ਸੁਣਾਇਓ ਤੇ ਆਹ ਚੀਜ਼ ਜ਼ਰੂਰ ਸੁਣਾਇਓ। ਮੈਂ ਤੁਹਾਡੇ ਕੋਲ ਸਪੈਸੀਫਿਕਲੀ ਆਇਆ। ਮੈਂ ਕਿਹਾ ਜੀ ਗੱਲ ਇਹ ਹੈ, ਮੈਂ ਤੇ ਸੁਣਾ ਦਿਆਂਗਾ, ਪਰ ਤੁਸੀਂ ਕਿੱਥੇ ਸੀ? ਹੁਣ ਕਿਸੇ ਹੋਰ ਦੇ ਮੋਢੇ ਤੇ ਰੱਖ ਕੇ ਜੋ ਮਰਜ਼ੀ ਚਲਾ ਦਿਓ, ਪਰ ਤੁਸੀਂ ਮੈਨੂੰ ਦੱਸੋਗੇ ਵੀ ਵੇਅਰ ਵਰ ਯੂ ਵੈਨ ਆਲ ਇਟ ਵਾਜ਼ ਹੈਪਨਿੰਗ। ਠੀਕ ਆ, ਜੋ ਕਹੋਗੇ ਉਹ ਬੋਲ ਦਿਆਂਗਾ। ਸਟੇਜ ਤੇ ਅਨਾਉਂਸ ਕਰਿਓ ਪਹਿਲਾਂ, ਮੇਰੇ ਬੋਲਣ ਤੋਂ ਪਹਿਲਾਂ, ਵੀ ਆਹ ਚੀਜ਼ ਭਾਈ ਸਾਹਿਬ ਸੁਣਾਉਣਗੇ। ਨਹੀਂ ਵੀਰ ਜੀ, ਇਹ ਤੇ ਹਾਰਡ ਹੋਏਗਾ। ਮੈਂ ਕਿਹਾ ਕਿਹੜੀਆਂ ਗੱਲਾਂ ਕਰਦੇ ਹੋ? ਗੁਰਬਾਣੀ ਕਿਸੇ ਖਾਸ ਸਿਚੁਏਸ਼ਨ ਦੇ ਵਿੱਚ ਕਿਸੇ ਨੂੰ ਉੱਚਾ ਨੀਵਾਂ ਵਿਖਾਉਣ ਵਾਸਤੇ ਨਹੀਂ ਰਚੀ। ਹਾਂ, ਅਧਿਆਤਮਿਕ ਸੰਦੇਸ਼ ਹੈ, ਜੋ ਅਧਿਆਤਮਿਕ ਸੰਦੇਸ਼ ਹੈ ਮੈਂ ਸਾਂਝਾ ਕਰਾਂਗਾ ਉਸ ਰੂਪ ਦੇ ਵਿੱਚ। ਪਰ ਰਿਐਲਿਟੀ ਜਿਹੜੀ ਮੈਂ ਬੇਨਤੀ ਕਰਨੀ ਚਾਹ ਰਿਹਾ ਕਿ ਇਹ ਚੀਜ਼ ਸਮਾਜ ਵਿੱਚ ਹੁੰਦੀ, ਵਾਪਰਦੀ, ਲੋਕ ਵਿਟਨੈਸ ਕਰਦੇ ਇਹਨਾਂ ਨੂੰ। ਜੀਵਤ ਪਿਤਰ ਨਾ ਮਾਨੇ ਕੋਈ, ਜਿਉਂਦੇ ਕਿਸੇ ਨੂੰ ਪਾਣੀ ਨਹੀਂ ਪੁੱਛਣਾ, ਸਲਾਹ ਸੁਲਾਹ ਨਹੀਂ ਪੁੱਛਣੀ, ਤੇ ਬਾਅਦ ਦੇ 'ਚ ਸਭ ਚੀਜ਼ਾਂ ਕਰਨੀਆਂ। ਐਗਜ਼ੈਕਟਲੀ ਜਿਹੜੀ ਰਿਲੇਸ਼ਨਸ਼ਿਪ ਹੁੰਦੀ ਹੈ ਕਿਸੇ ਤਰ੍ਹਾਂ ਦੀ ਵੀ, ਉਹ ਮਾਪਿਆਂ ਦੀ ਬੱਚਿਆਂ ਦੀ ਰਿਲੇਸ਼ਨਸ਼ਿਪ ਹੈ, ਸਿਬਲਿੰਗਸ ਦੀ ਰਿਲੇਸ਼ਨਸ਼ਿਪ ਹੈ, ਭੈਣ ਭਰਾਵਾਂ ਦੀ, ਭਰਾ ਦੀ, ਭੈਣ ਦੀ, ਈਵਨ ਐਕਸਟੈਂਡਡ ਫੈਮਿਲੀ ਦੀ ਰਿਲੇਸ਼ਨਸ਼ਿਪ ਹੈ, ਬਰਾਦਰੀ ਰਿਲੇਸ਼ਨਸ਼ਿਪ ਜਿਹਨੂੰ ਅਸੀਂ ਕਹਿੰਦੇ ਹਾਂ, ਬਰਾਦਰਾਨਾ ਪੱਖ ਹੁੰਦਾ ਹੈ। ਇਹਦੇ ਵਿੱਚ ਹੀ ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਵੀ ਆਉਂਦੀ ਹੈ। ਬੀਤੇ ਕੱਲ ਵੀ ਬਾਤ ਹੋਈ ਸੀਗੀ ਕਿ ਉਹਦੇ ਅੰਦਰ ਇੱਕ ਦੂਸਰੇ ਦੇ ਵਾਸਤੇ ਦੁੱਖ ਸੁੱਖ ਦੇ ਭਾਈਵਾਲ ਬਣਨਾ ਆ। ਉਹਦੇ ਅੰਦਰ ਸਫਰਿੰਗ ਵੀ ਹੁੰਦੀ ਹੈ, ਉਹਦੇ ਅੰਦਰ ਕਈ ਵਾਰ ਬੰਦੇ ਨੂੰ ਬਹੁਤ ਸਾਰੇ ਹਾਰਡ ਟਾਈਮ ਵੀ ਵੇਖਣੇ ਪੈਂਦੇ ਨੇ। ਜਦੋਂ ਅਸੀਂ ਰੂਹਾਨੀ ਤੌਰ ਤੇ ਬਾਤ ਪਾਉਂਦੇ ਆ ਨਾ, ਮਤਲਬ ਇਸ ਕਲਬੂਤ ਦਾ ਤੇ ਰੂਹ ਦਾ ਵੀ ਇੱਕ ਰਿਸ਼ਤਾ ਆ। ਗੁਰੂ ਬਾਬਾ ਜੀ ਇੱਥੇ ਬਾਤ ਕਰਦੇ
ਮਹਾਰਾਜ ਜਿਹੜਾ ਬਿਆਨ ਇੱਥੇ ਕਰ ਰਹੇ ਹੈਗੇ ਨੇ, ਮਹਾਰਾਜ ਕਹਿੰਦੇ ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਂ ਹੈ। ਜਦੋਂ ਜਿਹੜੀ ਉਸ ਜਿਹੜੀ ਸਾਡੀ ਖਾਸ ਕਰਕੇ ਇੱਕ ਕੰਤ ਤੇ ਜੀਵਾਤਮਾ ਵਾਲੀ ਬਾਤ ਕੀਤੀ ਜਾ ਰਹੀ ਹੈ, ਇਹਦੇ 'ਚ ਕਲਬੂਤ ਦੀ ਤੰਦਰ ਦੀ ਰਿਸ਼ਤੇ ਦੀ ਨਾਲ ਗੱਲ ਹੋ ਰਹੀ ਹੈ। ਜਿਹੜੀ ਜੀਵਾਤਮਾ ਉਹ ਤਰੱਦਦ ਉਹ ਤਸ਼ੱਦਦ ਉਸ ਰੂਪ ਦੇ ਵਿੱਚ ਸਹਿੰਦੀ ਹੈ ਇਸ ਸਰੀਰ ਦੇ ਕਲਬੂਤ ਦੇ ਨਾਲ ਰਹਿ ਕੇ। ਹੁਣ ਉਹ ਤਰੱਦਦ ਤੇ ਤਸ਼ੱਦਦ ਸਹਿਣ ਦਾ ਮਾਇਨਾ ਕੀ ਹੈ? ਆਪ ਅਹਿਸਾਸ ਕਰੋ ਕਿ ਐਕਚੁਅਲ ਲੈਵਲ ਤੇ ਗੱਲ ਇਹ ਬਿਨਾਂ ਸ਼ੱਕ ਰੂਹ ਦੀ ਹੋ ਰਹੀ ਹੈ ਕਿ ਮਨ ਦੀ ਬਿਰਤੀ ਦੀ ਵੀ ਗੱਲ ਹੋ ਰਹੀ ਹੈ ਇਹਦੇ ਅੰਦਰ, ਕਿਉਂਕਿ ਮਨ ਇੱਕ ਜਗ੍ਹਾ ਤੇ ਜੋਤ ਹੈ, ਦੂਸਰੀ ਜਗ੍ਹਾ ਤੇ ਬਿਲਕੁਲ ਮਨ ਖੁੱਟਹਰ ਹੈ, ਇਹ ਬਿਲਕੁਲ ਜਿਹੜਾ ਬਾਗੀ ਹੈ। ਇਹ ਬਿਰਤੀ ਜਿਸ ਉਸ ਲੈਵਲ ਤੇ ਬਾਤ ਕੀਤੀ ਜਾ ਰਹੀ ਹੈ। ਜਿਹੜਾ ਹੁਣ ਉਹਦਾ ਬਾਗੀਪੁਣਾ ਆ ਉਹ ਕੀ ਕਰਦਾ ਆ ਕਿ ਇਸ ਤਨ ਦੀਆਂ ਬਾਕੀ ਸਭ ਚੀਜ਼ਾਂ ਨਾਲ ਤੇ ਉਹ ਠੀਕ ਹੈ, ਆਪਣਾ ਜੋ ਉਹਦਾ ਮਨ ਵਲਵਲੇ ਆਉਂਦੇ ਨੇ ਉਹਦੇ ਮੁਤਾਬਕ ਇਹ ਤੋਂ ਕਰਮ ਕਰਾਉਂਦਾ। ਜੇ ਮੈਨੂੰ ਸਰਲ ਹੋਰ ਬਿਆਨ ਕਰਦਾ, ਸਰਲ ਰੂਪ ਵਿੱਚ ਕਰਨ ਦੀ ਟਰਾਈ ਕਰਦਾ, ਆਪਾਂ ਕਲੇਸ਼ ਆ, ਕਲੇਸ਼ ਤਨ ਨਹੀਂ ਸੁਰਜੀਤ ਕਰਦਾ, ਮਨ ਸਿਰਜਦਾ ਹੈ। ਮਨ ਕਿਸੇ ਚੀਜ਼ ਤੋਂ ਔਖਾ ਹੁੰਦਾ ਹੈ, ਭਾਰਾ ਹੁੰਦਾ ਹੈ, ਕੋਈ ਚੀਜ਼ ਚੰਗੀ ਨਹੀਂ ਲੱਗਦੀ ਤੇ ਉਸ ਕਿਸਮ ਦੇ ਵਿਚਾਰ ਖਿਆਲ ਅੰਦਰ ਉਬਲਦੇ ਨੇ। ਠੀਕ ਹੈ, ਮਨ ਉਸ ਚੀਜ਼ ਨੂੰ ਪੈਦਾ ਕਰਦਾ ਹੈ, ਪੈਦਾ ਕਰਕੇ ਆਪਣੇ ਕੋਲ ਨਹੀਂ ਰੱਖਦਾ। ਮਾਈਗ੍ਰੇਨ ਬਣਾ ਕੇ ਤਨ ਨੂੰ ਕਹਿੰਦਾ ਹੰਡਾ, ਬੰਦੇ ਨੂੰ ਹੈਡੇਕ ਹੁੰਦੀ, ਸਿਰ ਦੁਖਣ ਲੱਗ ਜਾਂਦਾ। ਲੌਂਗ ਰਨ ਦੇ ਵਿੱਚ ਉਹਦਾ ਬਲੱਡ ਪ੍ਰੈਸ਼ਰ ਹਾਈ ਰਹਿਣਾ ਸ਼ੁਰੂ ਹੋ ਜਾਂਦਾ, ਲੋ ਹੋ ਜਾਂਦਾ, ਅਲਸਰ ਹੋਣਾ ਸ਼ੁਰੂ ਹੋ ਜਾਂਦਾ। ਮਨ ਦਾ ਕਲੇਸ਼ ਤਨ ਨੂੰ ਬਿਮਾਰੀ ਬਣ ਕੇ ਮਿਲਦਾ। ਜਦੋਂ ਬਿਮਾਰੀ ਬਣ ਕੇ ਮਿਲਦਾ, ਤਨ ਵਿਚਾਰਾ ਬਿਮਾਰੀ ਨਾਲ ਦੋ ਚਾਰ ਹੁੰਦਾ ਤੇ ਮਨ ਆਪ ਨਦਾਰਤ ਆਪਣੀ ਦੁਨੀਆ 'ਚ ਮਸਤ ਹੈ, ਉਹਨੂੰ ਕੋਈ ਫਿਕਰ ਨਹੀਂਗਾ, ਤਨ ਹੰਡਾ ਰਿਹਾ ਬਿਮਾਰੀਆਂ। ਹੁਣ ਇਹ ਜਿਹੜੀ ਅਲਾਮਤ ਆ ਇਹ ਕੀ ਹੈ? ਜਿਹੜਾ ਗੁਰੂ ਬਾਬਾ ਜੀ ਬਿਆਨ ਕਰਦੇ ਨਾ ਇਹਦੇ ਵਿੱਚ ਕਿ ਜਿਨ੍ਹਾਂ ਦੇ ਵਿੱਚ ਇੰਨੀ ਕੌਨਸ਼ੀਅਸ ਹੈ, ਇਸ ਲੈਵਲ ਦੀ ਜਾਗਰਤੀ ਹੈ ਕਿ ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਂ ਹੈ। ਅਲਾਇਨ ਹੋ ਗਿਆ ਤਨ ਤੇ ਮਨ, ਦੋਨੋਂ ਇੱਕੋ ਅੱਗ 'ਚ ਸੜਦੇ ਨੇ, ਇੱਕੋ ਥਾਟ ਵਿੱਚ ਰਹਿੰਦੇ ਨੇ। ਇੱਥੇ ਜਾ ਕੇ ਜੇ ਮਨ ਨੇ ਵੀ ਓਨੀ ਪੀੜਾ ਹੰਡਾਉਣੀ ਹੈ, ਤਨ ਨੇ ਵੀ ਓਨੀ ਹੰਡਾਉਣੀ, ਇੱਕੋ ਲੈਵਲ ਤੇ, ਫਿਰ ਕੀ ਹੈ? ਤਨ ਵੀ ਆਪਣੀ ਅਪਰੋਚ ਬਦਲੇਗਾ, ਮਨ ਵੀ ਆਪਣੀ ਅਪਰੋਚ ਬਦਲੇਗਾ ਉਸ ਪੀੜਾ ਨੂੰ ਘਟਾਉਣ ਵਾਸਤੇ। ਹਸਬੈਂਡ ਵਾਈਫ ਰਿਲੇਸ਼ਨਸ਼ਿਪ ਦੇ ਵਿੱਚ ਵੀ ਐਵੇਂ ਹੁੰਦਾ ਆ। ਜਦੋਂ ਦੋਨੋਂ ਬਰਾਬਰ ਦੀ ਪੀੜਾ ਸਹਿ ਕੇ ਤੁਰਨਗੇ, ਫਿਰ ਦੋਨੋਂ ਬਰਾਬਰ ਉਸ ਕੰਫਰਟ ਨੂੰ ਲਿਆਉਣ ਦੀ ਟਰਾਈ ਕਰਨਗੇ ਜਿਹੜਾ ਦੋਨਾਂ ਨੂੰ ਫਾਇਦਾ ਦੇਗਾ। ਇੱਕ ਜਿਹੜਾ ਹੈ ਕਿਸੇ ਪੀੜਾ ਕਿਸੇ ਉਸ ਚੀਜ਼ ਤੋਂ ਦੂਰ ਜਾ ਰਿਹਾ, ਦੂਸਰਾ ਵੱਧ ਸਹਾਰੇ, ਕਿੰਨਾ ਸਮਾਂ ਸਹਾਰੇਗਾ? ਅਲਟੀਮੇਟਲੀ ਜਾਂ ਉਹ ਬਿਮਾਰ ਹੋ ਜਾਏਗਾ, ਖਤਮ ਹੋ ਜਾਏਗਾ, ਜਾਂ ਉਹ ਬਿਲਕੁਲ ਉਸ ਰਿਸ਼ਤੇ ਤੋਂ ਨਾਬਰ ਹੋ ਜਾਏਗਾ, ਜਾਂ ਛੱਡ ਕੇ ਚਲਾ ਜਾਏਗਾ। ਐਵੇਂ ਨਹੀਂ ਚੱਲਦਾ, ਦੋਨੇ ਬਰਾਬਰ ਹਨ। ਇਨ ਬਿਨ ਅੰਦਰ ਦੀ ਦੁਨੀਆ। ਆਤਮਿਕ ਤੌਰ ਤੇ ਬੰਦੇ ਕਿਉਂ ਮਰ ਗਏ ਨੇ? ਕਿਉਂਕਿ ਉਹਦੀ ਗੱਲ ਨਹੀਂ ਸੁਣੀ, ਆਵਾਜ਼ ਨਹੀਂ ਸੁਣੀ। ਸਫਰਿੰਗ ਅੰਦਰ ਹੁੰਦੀ ਕਿ ਹੌਲੀ ਹੌਲੀ ਉਹ ਆਵਾਜ਼ ਹੀ ਬੰਦ ਹੋ ਗਈ। ਹੁਣ ਤਨ ਇਕੱਲਾ ਸਿੱਝ ਰਿਹਾ, ਦੁਖੀ ਹੋ ਰਿਹਾ, ਰੂਹਾਨੀ ਤੌਰ ਤੇ ਸਪੋਰਟ ਹੀ ਕੋਈ ਨਹੀਂ ਹੈਗੀ ਬੰਦੇ ਨੂੰ। ਇਹ ਦੋਨੋਂ ਚੀਜ਼ਾਂ ਇਕੱਠੀਆਂ ਅਲਾਇਨ ਹੋਣ, ਉਹ ਗੱਲ ਸਮਝ 'ਚ ਆਈ ਹੋਏ। ਜਦੋਂ ਦੋਨੋਂ ਇਕੱਠੀਆਂ ਉਸ ਅੱਗੇ ਸੜਦੀਆਂ ਨੇ, ਆਪਣੇ ਆਪ ਨੂੰ ਉਸ ਲੈਵਲ ਤੇ ਬਣਾਉਂਦੀਆਂ। ਇਹਨੂੰ ਹੋਰ ਸਰਲ ਕਰ ਦਿੰਦਾ, ਆਪ ਕਦੀ ਅਹਿਸਾਸ ਕਰੋ, ਕੋਈ ਚੀਜ਼ ਪਕਾਈ ਜਾਂਦੀ ਹੈ ਨਾ, ਜਦੋਂ ਪੱਕਦੀ ਅੱਗ ਪਕਾਉਂਦੀ ਹੈ, ਐਕਚੁਅਲੀ ਅੱਗ ਭੱਠੀ ਹੈ ਨਾ, ਭੱਠੀ ਪਕਾਉਂਦੀ ਹੈ। ਜਿਵੇਂ ਤਵੇ ਤੇ ਪ੍ਰਸ਼ਾਦਾ ਹੀ ਪਕਾਉਣਾ ਹੋਏ, ਜੇ ਤੁਸੀਂ ਸੇਕ ਬਹੁਤ ਜ਼ਿਆਦਾ ਕਰ ਦਿਓ ਤੇ ਪ੍ਰਸ਼ਾਦਾ ਇੱਕਦਮ ਉਹਦੇ ਉੱਤੇ ਪਾਓ ਤੇ ਪ੍ਰਸ਼ਾਦੇ ਦੀਆਂ ਜਿਹੜੀਆਂ ਅੰਦਰਲੀਆਂ ਲੇਅਰਸ ਨੇ ਉਹ ਕੱਚੀਆਂ ਰਹਿ ਜਾਣਗੀਆਂ, ਬਾਹਰਲੀ ਲੇਅਰ ਜਲਦੀ ਪੱਕ ਜਾਏਗੀ ਜਾਂ ਸੜ ਜਾਏਗੀ। ਉਹ ਠੀਕ ਨਹੀਂ ਹੋਏਗਾ। ਦੋਨੋਂ ਲੇਅਰਸ ਬਰਾਬਰ ਪੱਕਣ, ਉਹ ਤਾਂ ਆ ਜੇ ਇੱਕੋ ਜਿਹਾ ਸੇਕ ਉਹ ਐਨਵਾਇਰਮੈਂਟ 'ਚ ਮਿਲੇ। ਤੇ ਜਦੋਂ ਅਸੀਂ ਰਿਸ਼ਤਿਆਂ ਦੀ ਪਕਿਆਈ ਤੇ ਪਾਕੀਜ਼ਗੀ ਦੀ ਗੱਲ ਕਰਦੇ ਆ ਨਾ, ਐਕਚੁਅਲ ਲੈਵਲ ਤੇ ਇੱਕੋ ਸਮੇਂ ਉਸ ਅੱਗ 'ਚ ਦੋਵੇਂ ਬਲਣ ਤਾਂ ਪੱਕਦੇ ਨੇ। ਇਹੋ ਚੀਜ਼ ਤਨ ਤੇ ਇਸ ਮਨ ਦੀ ਦੁਨੀਆ ਦੇ ਵਿੱਚ ਆ। ਜਦੋਂ ਆਪਾਂ ਮਨ ਦੀ ਦੁਨੀਆ ਦੇ ਵਿੱਚ ਵੀ ਵਲਵਲੇ ਆਉਂਦੇ, ਉਹ ਸਭ ਚੀਜ਼ਾਂ ਆਉਂਦੀਆਂ, ਤਨ ਨਾਲ ਸਪੋਰਟ ਕਰਦਾ,
ਕਿਤੇ ਤਨ ਦੀ ਦੁਨੀਆ ਦੇ ਵਿੱਚ। ਕਿਉਂਕਿ ਹੁਣ ਤਾਂ ਬਹੁਤ ਸਾਰੀ ਰਿਸਰਚ ਆ ਗਈ ਹੈ। ਰੀਸੈਂਟਲੀ ਕਿਤਾਬ 'ਚ ਪੜ੍ਹ ਰਿਹਾ ਸੀਗਾ, ਉਹਦੇ 'ਚ ਦੱਸਿਆ ਗਿਆ ਕਿ ਸਾਡਾ ਜਿਹੜਾ ਹੈਗਾ, ਅਸੀਂ ਕਹਿੰਦੇ ਹਾਂ ਸਾਰੀ ਕੋਗਨੀਸ਼ਨ ਫੰਕਸ਼ਨਿੰਗ ਸਾਡੀ ਸਾਡੇ ਬ੍ਰੇਨ 'ਤੇ ਖੜੀ ਹੈ। ਪਤਾ ਲੱਗਾ ਨਹੀਂ ਹਾਰਟ ਬਹੁਤ ਵੱਡੇ ਲੈਵਲ 'ਤੇ ਰੋਲ ਪਲੇ ਕਰਦਾ ਹੈ। ਹਾਰਟ ਸਿਰਫ ਕੁਛ ਤਰ੍ਹਾਂ ਦੇ ਮਸਲਸ ਨਹੀਂ ਹੈਗੇ ਜਿਹੜੇ ਸਿਰਫ ਖੂਨ ਪੰਪ ਕਰਨ ਦੇ 'ਚ ਹਰ ਵਕਤ ਲੱਗੇ ਰਹਿੰਦੇ, ਨਾ। ਉਹਨਾਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਜਿਹਨੂੰ ਕਹਿ ਲਓ ਕਿ ਨਿਊਰੋ ਟਰਾਂਸਮੀਟਰਸ ਜਿਵੇਂ ਕੰਮ ਕਰਦੇ ਨੇ, ਉਸ ਨਿਊਰੋ ਐਬਿਲਿਟੀ ਦੇ ਨਾਲ ਉਹਦੀ ਪੂਰੀ ਇੰਗੇਜਮੈਂਟ ਆ। ਸੋ ਸਾਡੀ ਬਾਡੀ ਦਾ ਤੇ ਈਵਨ ਹੁਣ ਤੇ ਤੱਕ ਪਤਾ ਲੱਗਾ ਕਿ ਹਰ ਇੱਕ ਸੈੱਲ ਜਿਹੜਾ ਆ ਆਪਣੀ ਨਿਊਰੋ ਐਬਿਲਿਟੀ ਦੇ ਨਾਲ ਸਾਡੇ ਨਾਲ ਚੱਲ ਰਿਹਾ ਹੈਗਾ। ਸੋ ਜਦੋਂ ਇਹ ਸਾਰੀ ਚੀਜ਼ ਇੱਕ ਲੈਵਲ ਤੇ ਅਲਾਈਨ ਹੁੰਦੀ ਹੈ ਤਾਂ ਜਾ ਕੇ ਤੇ ਬੰਦੇ ਦਾ ਉਸ ਰੋਮ ਲੈਵਲ ਤੇ ਉਹ ਇੰਗੇਜਮੈਂਟ ਹੁੰਦੀ ਉਸ ਤਰੀਕੇ ਨਾਲ, ਉਸ ਰੂਹਾਨੀ ਤੱਤਾਂ ਦੇ ਨਾਲ। ਬਾਬਾ ਜੀ ਨੇ ਬਾਤ ਪਾਈ ਇਹਦੇ ਵਿੱਚ, ਕਿਹਾ ਗੁਰੂ ਅਮਰਦਾਸ ਸਾਹਿਬ ਜ਼ਿਕਰ ਕਰਦੇ, ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਹੇ। ਜਦੋਂ ਇੱਕੋ ਲੈਵਲ ਤੇ ਜੇ ਜਾਣਾ ਫਿਰ ਆਪਣਾ ਤਾਂ ਤਨ ਦੁੱਖ ਸਹਾਏ, ਪਰ ਇਹ ਦੁੱਖ ਤਾਂ ਸਹੇ ਜਿਹੜੀ ਇਹ ਕਲਬੂਤ ਆ, ਤਾਂ ਸਹੇਗਾ ਜਿਸ ਪਿਰ ਨੂੰ ਆਪਣਾ ਸਮਝੇਗਾ। ਤੇ ਜਦੋਂ ਪਿਰ ਨੂੰ ਆਪਣਾ ਸਮਝਣਾ ਹੀ ਨਹੀਂ, ਜਿਹੜਾ ਥਾਟ ਤੁਹਾਨੂੰ ਆਪਣਾ ਲੱਗੇਗਾ, ਉਸ ਥਾਟ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਕੁਰਬਾਨ ਕਰੋਗੇ ਨਾ। ਜੇ ਹੁਣ ਸਪੋਜ਼ ਕਰੋ ਤੁਹਾਨੂੰ ਕਿਸੇ ਨੇ ਕੋਈ ਥਾਟ ਦੇ ਦਿੱਤਾ, ਹੁਣ ਗੁਰੂ ਦਾ ਥਾਟ ਹੈ, ਗੁਰੂ ਨੇ ਕਿਹਾ ਤੂੰ ਭਾਈ ਨਿਤਨੇਮ ਕਰਨਾ ਹੈ, ਤੂੰ ਭਾਈ ਬਾਣੀ ਪੜ੍ਹਨੀ ਹੈ, ਤੂੰ ਭਾਈ ਆ ਰਹਿਤਾਂ ਰੱਖਣੀਆਂ ਨੇ, ਆ ਸਭ ਇਹਦੇ ਨਾਲ ਮੇਰੀ ਪ੍ਰੀਤ ਆ, ਸਾਂਝ ਆ, ਮੇਰੇ ਗੁਰੂ ਦਾ ਥਾਟ ਮੇਰੇ ਵਾਸਤੇ ਹੁਕਮ ਹੈ, ਬਸ ਇਹ ਤਾਂ ਜਾ ਕੇ ਬੰਦਾ ਉਸ ਚੀਜ਼ ਨੂੰ ਫੋਲੋ ਕਰੇਗਾ। ਜਿਹਦੇ ਪਤਾ ਲੱਗੇ ਵੀ ਹੂ ਕੇਅਰ, ਗੁਰੂ ਨੇ ਕਿਹਾ ਆਈ ਡੋਂਟ ਕੇਅਰ, ਫਿਰ ਗੱਲ ਨਹੀਂ ਬਣੇਗੀ। ਰਿਸ਼ਤਾ ਕੇਅਰ ਨਾਲ ਬਣਦਾ ਹੈ। ਕਈ ਵਾਰ ਲੋਕੀ ਕਹਿੰਦੇ ਦੈਟ ਪਰਸਨ ਹੀ ਇਜ਼ ਵੈਰੀ ਕੇਅਰ ਕਾਹਦੀ ਕਰਦਾ? ਉਹ ਕਿਸੇ ਦੇ ਥਾਟ ਦੀ, ਕਿਸੇ ਦੀ ਰਾਏ ਦੀ। ਇੱਕ ਚੀਜ਼ ਹੋਰ ਦੱਸਾਂ, ਬੀਇੰਗ ਏ ਕਾਉਂਸਲਰ, ਮੈਰਿਜ ਕਾਉਂਸਲਿੰਗ ਵਿੱਚ ਇੱਕ ਛੋਟਾ ਜਿਹਾ ਟਿਪ ਦੇ ਦੇਵਾਂ। ਉਹ 'ਚ ਬਾਤ ਇਹ ਹੁੰਦੀ ਹੈ, ਜਦੋਂ ਲੋਕ ਕਈ ਵਾਰੀ ਕੋਈ ਕੋਰਲਿੰਗ ਹੋ ਜਾਏ, ਕੋਈ ਕੌਨਫਲਿਕਟ ਹੋ ਜਾਏ ਛੋਟਾ ਮੋਟਾ, ਐਂਡ ਦੇ ਯੂਜੂਅਲੀ ਸੇ ਵੀ ਲਵ ਈਚ ਅਦਰ ਬਟ somehow we are not able to actually get along that much, or we are not able to see some kind of common goal or common comfort level where we can feel that we are going in right direction. ठीक है जी, अच्छा ਤੁਸੀਂ no ਮੈਂ ਮਤਲਬ ਇੱਕ ਦੂਜੇ ਨੂੰ ਕਹਿਣਗੇ ਮੈਂ ਇਹਨੂੰ ਪਿਆਰ ਕਰਦਾ, ਇਹ ਮੈਨੂੰ ਪਿਆਰ ਕਰਦਾ, ਪਰ ਫਿਰ ਗੱਲ ਕੀ ਬਣ ਰਹੀ ਹੈ? ਗੱਲ ਪਤਾ ਕੀ ਬਣ ਰਹੀ ਹੈ? ਇੱਕ ਦੂਜੇ ਦੇ ਓਪੀਨੀਅਨ ਦੀ ਕੇਅਰ ਨਹੀਂ ਕੀਤੀ ਜਾ ਰਹੀ, ਥਾਟ ਦੀ ਕੇਅਰ ਨਹੀਂ ਹੈ। ਬੰਦਾ ਕਹਿੰਦਾ ਹੈ ਆਈ ਲਵ ਯੂ ਬਟ ਡੋਂਟ ਗਿਵ ਮੀ ਯੂਰ ਓਪੀਨੀਅਨ, ਆਈ ਕੈਨ ਨੋਟ ਟੋਲਰੇਟ। ਵਾਟ? ਰਾਏ ਦੀ ਕੇਅਰ ਨਹੀਂ ਹੈ, ਗੜਬੜ ਹੋ ਗਈ। ਆਹੀ ਹੈ, ਕਿਉਂਕਿ ਜਿਹਨੂੰ ਤੁਸੀਂ ਇੰਡੀਵਿਜੂਅਲ ਕਹਿ ਰਹੇ ਹੋ, ਉਹ ਪਰਸਨ ਜਿਹੜਾ ਆ, ਉਹ ਪਰਸਨ ਕਿਸੇ ਆਈਡੀਆ ਦਾ ਨਾਂ ਆ, ਤੇ ਉਹਦੇ ਆਈਡੀਆ ਨੂੰ ਮੈਂ ਤੇ ਉਹਨੂੰ ਵੈਲਿਊ ਨਹੀਂ ਕਰਦਾ। ਮਤਲਬ ਮੈਂ ਤੈਨੂੰ ਵੈਲਿਊ ਬਹੁਤ ਕਰਦਾ, ਤੇਰੇ ਵਾਸਤੇ ਕੰਮ ਕਰਦਾ, ਤੇਰੇ ਲਈ ਘਰ ਬਣਾਇਆ, ਸਭ ਕੁਝ ਕੀਤਾ, ਬਟ ਨੋ ਤੇਰੇ ਓਪੀਨੀਅਨ ਦੀ ਕੋਈ ਵੈਲਿਊ ਨਹੀਂ ਮੇਰੇ ਵਾਸਤੇ। ਵਾਟ? ਗੁਰਦੁਆਰੇ ਦੀ ਗੱਲ ਕਰਦੇ ਨਾ, ਗੁਰੂ ਦੀ ਗੱਲ ਕਰਦੇ ਆ। ਗੁਰੂ ਸਾਹਿਬ ਨੇ ਬਿਆਨ ਕੀਤਾ, ਸਾਹਿਬ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰਿ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਕਰਮਾਨੀ। ਜਿਹਨੇ ਗੁਰੂ ਦੀ ਆਗਿਆ ਨੂੰ ਕਿਹਾ ਐਜ਼ ਇਟ ਇਜ਼, ਉਸ ਓਪੀਨੀਅਨ ਦੀ ਕਦਰ ਕੀਤੀ, ਕਿਹਾ ਯੈਸ ਆਈ ਕੇਅਰ ਇਟ, ਮੈਂ ਇਹਦੀ ਕੇਅਰ ਕਰਦਾ ਹਾਂ। ਇੱਥੇ ਬਾਤ ਬਣਦੀ ਹੈ। ਜੋ ਅਸੀਂ ਉਹਦੀ ਕੇਅਰ ਨਹੀਂ ਕਰ ਰਹੇ, ਕਿਸੇ ਦੀ ਰਾਏ ਦੀ, ਕਿਸੇ ਦੇ ਖਿਆਲ ਦੀ, ਭਾਈ ਇੱਥੇ ਗੁਰੂ ਬਾਬਾ ਜੀ ਬਿਆਨ ਕਰਦੇ, ਅਕਾਲ ਪੁਰਖ ਵਾਹਿਗੁਰੂ ਇਹ ਖਿਆਲ ਹੈ, ਇਹ ਬਲੀਵ ਹੈ, ਇਹ ਵਿਸ਼ਵਾਸ ਹੈ, ਅਕੀਦਤ ਹੈ। ਜਿਸ ਜੀਵਨ ਦੇ ਵਿੱਚ ਬਾਤ ਆਈ, ਜੇ ਜਾਣਾ ਪਿਰ ਆਪਣਾ, ਬਾਬਾ ਕਬੀਰ ਜੀ ਨੇ ਕਿਹਾ ਅਬ ਮੋਹਿ ਰਾਮ ਆਪਣਾ ਕਰ ਮਾਨਿਆ, ਅਬ ਮੋਹਿ ਰਾਮ ਆਪਣਾ ਕਰ ਜਾਣਿਆ। ਹੁਣ ਮੈਂ ਉਹਦੇ ਨਾਲ ਜਾਣਕਾਰੀ ਇਸ ਤਰ੍ਹਾਂ ਬਣਾ ਲਈ, ਮੇਰਾ ਆਪਣਾ ਹੈ ਉਹ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਮਨ ਨੂੰ ਕੋਈ ਐਫਰਟ ਹੀ ਨਹੀਂ ਪਾਉਣੀ ਪੈਂਦੀ। ਜਦੋਂ ਆਪਣਾ ਤੇ ਆਪਣੇ ਤੇ ਗੱਲ ਸੁਣਾਂਗੇ, ਫਿਰ ਆਪਣੇ ਤੇ ਗੱਲ ਮੰਨੀ ਦੀ ਹੈ,
ਆਪਣੇ ਦੇ ਨਾਲ ਤੇ ਫਿਰ ਸਾਂਝ ਰੱਖੀ ਦੀ ਹਰ ਵਕਤ। ਸਾਹਿਬ ਨੇ ਬਿਆਨ ਕੀਤਾ ਕਿ ਜੇ ਜਾਣੇ ਪਿਰੇ ਆਪਣਾ ਤਾਂ ਤਨ ਦੁੱਖ ਸਹਾਏ। ਫਿਰ ਉਹਦੇ ਲਈ ਤਾਂ ਬੰਦਾ ਦੁੱਖ ਵੀ ਸਹਿ ਜਾਂਦਾ, ਕੋਈ ਗੱਲ ਨਹੀਂ। ਉਹ ਵੀ ਲੋਕ ਹੋਣਗੇ, ਹੁਣ ਤਾਂ ਚਲੋ ਕੋਵਿਡ ਕਰਕੇ ਵੈਸੇ ਹੀ ਏਅਰ ਟਰੈਵਲਿੰਗ ਜਿਹੜੀ ਹੈਗੀ ਹੈ ਆਲਮੋਸਟ ਨਾ ਮਾਤਰ ਹੀ ਹੈ ਨਾ। ਕਿ ਅੱਜ ਦੀ ਰਿਪੋਰਟ ਹੈ ਅਮਰੀਕਾ ਦੇ ਵਿੱਚ ਇੱਕ ਦਿਨ ਦੇ ਵਿੱਚ ਉਹਨਾਂ ਨੇ ਅਰਾਊਂਡ 2 ਮਿਲੀਅਨ ਤੋਂ ਵੱਧ ਲੋਕ ਜਿਹੜੇ ਨੇ ਉਹਨਾਂ ਨੂੰ ਪਲੇਨ 'ਚ ਬੋਰਡ ਕੀਤਾ ਹੈਗਾ। ਇਟਸ ਬਿਗ ਨੰਬਰ ਫਰੋਮ ਦਾ ਕੋਵਿਡ ਟਾਈਮ ਤੋਂ ਹੁਣ ਤੱਕ। ਮਤਲਬ ਇੱਕ ਵਾਰ ਫਿਰ ਚੀਜ਼ਾਂ ਖੁੱਲ੍ਹ ਰਹੀਆਂ ਨੇ ਉਸ ਤਰੀਕੇ ਨਾਲ। ਬਟ ਜਦੋਂ ਬਿਫੋਰ ਕੋਵਿਡ ਆਈ ਵਾਜ਼ਨਟ ਟਰੈਵਲਿੰਗ ਦੈਟ ਮਚ, ਪਰ ਇੱਕ ਸਮਾਂ ਸੀ ਉਦੋਂ ਬੜਾ ਟਰੈਵਲ ਕਰਦਾ ਸੀਗਾ। ਅਤੇ ਅਕਸਰ ਹੋਣਾ ਦੇਖਣਾ, ਅਤੇ ਉਹ ਵੀ ਇੱਕ ਜਿਹੜੀ ਜਰਨੀ ਹੁੰਦੀ ਹੈ ਪਲੇਨ ਦੀ, ਉਹ ਬੜਾ ਕੁਛ ਸਿਖਾਉਂਦੀ ਤੁਹਾਨੂੰ। ਤਾਂ ਉਹ 'ਚ ਮੈਂ ਦੇਖਿਆ ਵੀ ਕਈ ਵਾਰੀ ਪਲੇਨ 'ਚ ਬੈਠ ਰਹੇ ਹੋ ਅਤੇ ਕਈ ਕਪਲਸ ਨੇ ਬੱਚਿਆਂ ਨਾਲ ਆਉਣਾ, ਛੋਟੇ ਬੱਚੇ। ਤੁਹਾਨੂੰ ਪਤਾ ਬੱਚੇ ਦੀ ਪਲੇਨ ਦੇ 'ਚ ਵੱਡੇ ਦੀ ਸਫਰਿੰਗ ਹੋ ਜਾਂਦੀ, ਬੱਚੇ ਲਈ ਬਹੁਤ ਹਾਰਡ ਆ। ਤਾਂ ਉਹ 'ਚ ਮੈਂ ਯਕੀਨਨ ਤੌਰ ਦੇਖਿਆ ਕਿਤੇ ਬੱਚੇ ਦੇ ਨਾਲ ਕਿਤੇ ਨੇੜੇ ਕੋਈ ਸੀਟ ਮਿਲ ਜਾਏ ਲੋਕਾਂ ਨੂੰ, ਲੋਕਾਂ ਨੇ ਬੜਾ ਨੱਕ ਬੋਲ ਵੱਟਣੇ, ਓਏ ਹੋਏ ਹੋਏ ਹੋਏ, ਅਤੇ ਸਫ਼ਰ ਖਰਾਬ ਹੋ ਜਾਏਗਾ। ਕਿਉਂ? ਕਿਉਂਕਿ ਬੱਚਾ ਰੋਏਗਾ, ਇਸ ਤਰ੍ਹਾਂ ਹੋਏਗਾ। ਅਤੇ ਕਈ ਵਾਰੀ ਜ਼ਹਿਨ ਵਿੱਚ ਆਉਣਾ, ਹਾਂ ਐਕਚੁਅਲੀ ਨਾ ਜੇ ਕਿਤੇ ਇਹਦਾ ਆਪਣਾ ਬੱਚਾ ਹੁੰਦਾ ਫਿਰ ਨਹੀਂ ਸੀ ਹੋਣਾ ਐਵੇਂ। ਫਿਰ ਬਲਕਿ ਇਹਨੂੰ ਲੱਗਣਾ ਸੀਗਾ ਵੀ ਦੂਜੇ ਲੋਕ ਐਵੇਂ ਕਿਉਂ ਕਰਦੇ ਨੇ। ਕਿਉਂਕਿ ਜਿੱਥੇ ਆਪਣਤ ਹੋਏ ਨਾ ਉੱਥੇ ਤਾਂ ਬੰਦਾ ਉਹ ਸਫਰਿੰਗ ਨਹੀਂ ਹੁੰਦੀ, ਉੱਥੇ ਕੋਈ ਸਫਰਿੰਗ ਨਹੀਂ। ਆਪ ਅਹਿਸਾਸ ਕਰੋ। ਹੁਣ ਅਸੀਂ ਜਦੋਂ ਬੱਚਿਆਂ ਦੇ ਡਾਈਪਰਸ ਚੇਂਜ ਕਰਦੇ ਹਾਂ ਸਭ ਚੀਜ਼ਾਂ ਦੇ ਵਿੱਚ, ਅਤੇ ਤੁਸੀਂ ਕਿਤੇ ਬਾਹਰ ਕਿਸੇ ਨੂੰ ਦੇਖੋ ਕਿਸੇ ਤਰੀਕੇ ਦੇ ਨਾਲ ਪੂ ਕਰਦੇ ਨੂੰ, ਪੀ ਉਸ ਐਕਟੀਵਿਟੀ ਦੇ ਵਿੱਚ, ਤੁਹਾਨੂੰ ਨਫ਼ਰਤ ਆਏਗੀ। ਬੱਚੇ ਨਾਲ ਨਹੀਂ ਹੈ, ਆਪਣੇ ਨਾਲ ਨਹੀਂ ਹੈ। ਆਪਣੇ ਬੱਚੇ ਨੂੰ ਤਾਂ ਬੰਦਾ ਵਾਸ਼ਰੂਮ ਵਿੱਚ ਜਾ ਕੇ ਫਟਾਫਟ ਸਾਫ਼ ਵੀ ਕਰ ਦਿੰਦਾ, ਧੋ ਵੀ ਦਿੰਦਾ, ਨਥਿੰਗ। ਕਿਉਂ? ਕਿਉਂਕਿ ਆਪਣਾ ਤੇ ਇਹ ਚੀਜ਼ ਹੈ, ਕੋਈ ਸਫਰਿੰਗ ਨਹੀਂ ਉਹਦੇ 'ਚ, ਕੋਈ ਉਹਦੇ 'ਚ ਕਿਸੇ ਕਿਸਮ ਦੇ ਨਾਲ ਰੁਦਨ ਪੀੜਾ ਨਹੀਂ ਹੈ। ਗੁਰੂ ਬਾਬਾ ਜੀ ਨੇ ਬਿਆਨ ਕੀਤਾ ਜਿੱਥੇ ਇਹ ਚੀਜ਼ ਆ ਗਈ ਉਸ ਕਰਤਾਰੀ ਰੰਗ ਦੇ ਵਿੱਚ, ਉਹਨਾਂ ਥਾਟਸ ਦੇ ਨਾਲ ਜਿਹੜੇ ਰੱਬੀ ਹੁਕਮ ਦੇ ਵਿੱਚ ਕਿਹਾ ਕਿ ਯੂਨੀਵਰਸਲ ਅਸੂਲ ਜਿਹੜੇ ਲਾ ਮੈਨੂੰ ਜਿਹੜਾ ਮਹਾਰਾਜ ਨੇ ਮੈਨੂੰ ਸਿਖਾਏ ਨੇ, ਮੇਰੇ ਗੁਰੂ ਨੇ ਮੈਨੂੰ ਸਿਖਾਏ, ਮੇਰੇ ਰੱਬ ਦਾ ਹੁਕਮ ਹੈ ਮੇਰੇ ਵਾਸਤੇ। ਫਿਰ ਉੱਥੇ ਉਹ ਰਿਸ਼ਤਾ ਹਾਇਰ ਲੈਵਲ 'ਤੇ ਚਲਾ ਗਿਆ। ਜੇ ਜਾਣਾ ਪਿਰੇ ਆਪਣਾ ਤਾਂ ਤਨ ਦੁੱਖ ਸਹਾਏ, ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਏ। ਜਿਨ੍ਹਾਂ ਨੂੰ ਕੰਤ ਨਾਲ ਲੈਣ ਦੇਣ ਹੀ ਕੋਈ ਨਹੀਂ, ਉਹ ਕਿਉਂ ਅੱਗ ਵਿੱਚ ਜਲਣਗੇ। ਜਿਹਨਾਂ ਨੇ ਕਹਿ ਤਾ ਕਿ ਆਪਾਂ ਤੇ ਕਿਸੇ ਚੀਜ਼ ਨੂੰ ਨਹੀਂ ਮੰਨਦੇ, ਨਾ ਗੁਰੂ ਨੂੰ, ਨਾ ਰੱਬ ਨੂੰ, ਨਾ ਕਿਸੇ, ਫਿਰ ਪਈ ਆਪਾਂ ਕਿਉਂ ਅੱਗੇ ਜਲੀਏ, ਆਪਾਂ ਨੂੰ ਕੀ ਲੋੜ ਪਈ ਹੈ। ਜਿਹੜੀ ਅੱਜ ਦੀ ਸੋ ਕਾਲਡ ਸਪਿਰਿਚੁਅਲਿਟੀ ਵੀ ਅਸੀਂ ਦੇਖਦੇ ਹਾਂ ਨਾ ਬਹੁਤ ਸਾਰੀ, ਅਤੇ ਇਹਦੇ ਵਿੱਚ ਕੋਈ ਕਮਿਟਮੈਂਟ ਨਹੀਂ ਹੈਗਾ, ਕੋਈ ਅਕਾਊਂਟੇਬਿਲਿਟੀ ਵੀ ਨਹੀਂ ਹੈਗੀ। ਅਤੇ ਡਿਸਿਪਲਿਨ ਜਿਹੜਾ ਆ ਦੋ ਚੀਜ਼ਾਂ 'ਚੋਂ ਨਿਕਲਦਾ ਹੈ। ਇੱਕ ਤੁਸੀਂ ਅਕਾਊਂਟੇਬਲ ਹੋਵੋ, ਦੂਸਰਾ ਕਮਿਟਮੈਂਟ ਹੋਏ ਤੁਹਾਡਾ। ਅਦਰਵਾਈਜ਼ ਜਿਵੇਂ ਫਿੱਟ ਬੈਠੇ ਉਵੇਂ ਚੱਲੀ ਜਾਓ। ਅਤੇ ਉਸ ਤਰੀਕੇ ਨਾਲ ਤੇ ਜਿਹੜਾ ਮਨ ਆ, ਮਨ ਕਿੱਥੇ ਤੰਗ ਹੋਣ ਚਾਹੁੰਦਾ, ਤਨ ਕਿੱਥੇ ਤੰਗ ਹੋਣਾ ਚਾਹੁੰਦਾ? ਨਾ ਨਾ ਨਾ, ਕੰਫਰਟ, ਬਿਲਕੁਲ ਕੰਫਰਟ ਲੈਵਲ 'ਤੇ। ਪਿਛਲੇ ਹਫ਼ਤੇ ਕੋਈ ਮੇਰੇ ਵੀਰ ਜੀ ਹੈਗੇ ਨੇ, ਉਹਨੇ ਬੜੇ ਬਿਲਾਸ 'ਚ ਇੱਕ ਚੀਜ਼ ਭੇਜੀ ਨਾਰਥ ਅਮੈਰੀਕਨ ਕਿਡਸ ਬਾਰੇ, ਅਤੇ ਉਹ ਫਾਦਰ ਸਨ ਆਪਸ ਵਿੱਚ ਕਨਵਰਸੇਸ਼ਨ ਹੋ ਰਹੀ ਹੈ ਸੋਸ਼ਲ ਮੀਡੀਆ ਤੋਂ। ਅਤੇ ਫਾਦਰ ਨੂੰ ਕੁਛ ਕਹਿ ਰਿਹਾ ਅਤੇ ਉਹ ਸਨ ਉਹਨੂੰ ਕਹਿ ਰਿਹਾ, ਕਹਿੰਦਾ ਯੂ ਨੋ ਡੈਡ ਤੁਸੀਂ ਮੈਨੂੰ ਤੰਗ ਕਰ ਰਹੇ ਹੋ, ਆਈ ਡੋਂਟ ਫੀਲ ਗੁੱਡ। ਉਹ ਇਸ ਤਰੀਕੇ ਨਾਲ ਕਹਿ ਰਿਹਾ, ਅਤੇ ਉਹ ਉਸ ਨੂੰ ਪੁੱਛ ਰਿਹਾ ਕਿ ਭਾਈ ਤੂੰ ਇਹ ਦੱਸੇਗਾ ਤੂੰ ਗੁੱਡ ਫੀਲ ਕਦੋਂ ਕਰਦਾ? ਜਦੋਂ ਪੁੱਛੋ ਆਈ ਡੋਂਟ ਫੀਲ ਗੁੱਡ, ਭਾਈ ਗੱਲ ਕੀ ਹੈ? ਗੁੱਡ ਫੀਲ ਕਿਉਂ ਨਹੀਂ ਕਰਦਾ? ਇਸ ਕਰਕੇ ਨਹੀਂ ਕਰਦਾ ਕਿਉਂਕਿ ਕੋਈ ਉਸ ਨੂੰ ਐਕਟੀਵਿਟੀ ਕਹੀ ਜਾ ਰਹੀ ਹੈ ਕਰਨ ਵਾਸਤੇ, ਕੋਈ ਉਸ ਨੂੰ ਰਿਸਪੋਂਸੀਬਿਲਿਟੀ ਮੰਗੀ ਜਾ ਰਹੀ ਉਹਦੇ ਕੋਲੋਂ, ਕਿਸੇ ਚੀਜ਼ ਨੂੰ, ਕਿਸੇ ਪ੍ਰੋਮਿਸ ਨੂੰ ਡਿਲੀਵਰ ਕਰਨ ਵਾਸਤੇ ਉਹਨੂੰ ਇਨਸਿਸਟ ਕੀਤਾ ਜਾ ਰਿਹਾ। ਤੂੰ ਇੱਕਦਮ ਉਹ ਬਾਹਰ ਆ ਜਾਂਦਾ, ਨੋ 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 ਆਈ ਡੋਂਟ ਫੀਲ ਗੁੱਡ, ਨੋ 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 ਮੈਨੂੰ ਟਾਈਮ ਦੇ। ਕਿਉਂ? ਕਿਉਂਕਿ ਜਿਹੜਾ ਕਮਿਟਮੈਂਟ ਆ ਇਹਦੇ 'ਚ ਹੈ ਨਹੀਂਗਾ। ਅਧਿਆਤਮੀ ਤਲ ਦੇ ਉੱਤੇ ਬਾਤ ਕੀਤੀ ਗਈ, ਅਤੇ ਇਹ ਸਿੱਧਾ ਜੀਵਨ ਦਾ ਅਸੂਲ ਆ ਜਿੱਥੇ, ਕਿਉਂਕਿ ਹੈ ਤੇ ਅਲਟੀਮੇਟਲੀ ਮਿੱਟੀ ਹੈ ਸਰੀਰ। ਜੇ ਇਸ ਮਿੱਟੀ ਦੇ ਵਿੱਚ ਡਿਸਿਪਲਿਨ ਨਹੀਂ ਹੈਗਾ, ਜੇ ਮਿੱਟੀ ਕਿਸੇ ਕਮਿਟਮੈਂਟ ਨੂੰ ਸਰਵ ਨਹੀਂ ਕਰ ਸਕਦੀ, then definitely ਟੌਪ ਸੋਇਲ ਹੀ ਹੈ, ਨਥਿੰਗ ਐਲਸ। ਇਹ ਖੇ ਹੈ। ਗੁਰੂ ਬਾਬਾ ਜੀ ਕਹਿੰਦੇ ਤੈਨੂੰ ਖੇ ਨਹੀਂ, ਤੈਨੂੰ ਨੂਰ ਬਣਾਉਣਾ, ਕਿਉਂਕਿ ਨੂਰ ਤੋਂ ਪੈਦਾ ਹੋਇਆ ਤੂੰ, ਤੇਰੇ ਅੰਦਰ ਨੂਰ ਵਰਤ ਰਿਹਾ ਹੈ, ਅਤੇ ਨੂਰ ਤੇ ਪਾਈ ਇਹ ਕਲਾ ਹੀ ਦਾਤ ਆ।
ਉਹ ਤੇ ਬਹੁਤ ਹਾਇਰ ਲੈਵਲ ਆ। ਉੱਥੋਂ ਤੱਕ ਜਾਣ ਵਾਸਤੇ ਤੇ ਬਹੁਤ ਕਮਿਟਮੈਂਟ ਵੀ ਚਾਹੀਦਾ, ਡਿਸਿਪਲਿਨ ਵੀ ਚਾਹੀਦਾ। ਇਸ ਕਰਕੇ ਜਿਹੜਾ ਰਿਲੀਜਨ ਅਸੀਂ ਕਹਿੰਦੇ ਆ, ਰਿਲੀਜਨ ਕਈ ਵਾਰੀ ਤੁਹਾਨੂੰ ਸਪਿਰਿਚੁਅਲ ਲੈਵਲ ਐਕਚੁਅਲ ਉਸ ਤਰੀਕੇ ਦਾ ਸਿਖਾਉਂਦਾ ਆ। ਇਹਦੇ ਵਿੱਚੋਂ ਤੁਸੀਂ ਵਾਕਿਆ 'ਚ ਕੁਝ ਗੇਨ ਕਰਦੇ ਹੋ, ਤੁਸੀਂ ਪ੍ਰਾਪਤ ਕਰਦੇ ਹੋ, ਤੁਹਾਡੇ ਅੰਦਰ ਇੰਪਰੂਵਮੈਂਟ ਆਉਂਦੀ ਹੈ, ਤੁਹਾਡੀ ਐਕਚੁਅਲ ਲੈਵਲ 'ਤੇ ਟਰਾਂਸਫਰਮੇਸ਼ਨ ਹੁੰਦੀ ਹੈ, ਤਬਦੀਲੀ ਹੁੰਦੀ ਹੈ ਜੀਵਨ ਦੇ ਵਿੱਚ। ਗੁਰੂ ਬਾਬਾ ਜੀ ਨੇ ਇਹਦੀ ਬਾਤ ਕੀਤੀ ਇਹਦੇ ਵਿੱਚ, ਨਾਨਕ ਕੰਤ ਨਾ ਜਾਣਦੇ, ਜਿਨ੍ਹਾਂ ਨੂੰ ਨਾ ਰੱਬ ਦਾ ਭੈ, ਨਾ ਖੌਫ, ਨਾ ਰੱਬ ਦਾ ਅਹਿਸਾਸ, ਜਿਨ੍ਹਾਂ ਨੇ ਜਾਣੀ ਨਹੀਂ ਇਹ ਚੀਜ਼। ਸੇ ਕਿਉਂ ਅੱਗ ਜਲਾਏ, ਉਹ ਕਿਉਂ ਅੱਗਾਂ 'ਚ ਜਲਣ ਪਾਈ ਜਾ ਕੇ। ਅਗਲਾ ਬਚਨ ਲਿਖਿਆ, ਭਾਵੇਂ ਜੀਓ ਕਹਿ ਮਰੋ, ਦੂਰੋਂ ਹੀ ਭਜ ਜਾਏ। ਭਾਈ ਉਹ ਕੰਤ ਜੀਵੇ ਮਰੇ, ਉਹ ਦੂਰੋਂ ਹੀ ਉਹਨੂੰ ਟਾਟਾ ਬਾਏ ਬਾਏ ਕਰਕੇ ਨਿਕਲ ਜਾਂਦੇ। ਅੱਜ ਦੀ ਸਾਡੀ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਵੀ ਇਸ ਤਰ੍ਹਾਂ ਦੀ ਹੋਈ ਆਲਮੋਸਟ। ਸੁੱਖ ਦੇ ਸੰਗੀ ਨੇ, ਦੁੱਖ ਦਾ ਕੋਈ ਸੰਗੀ ਨਹੀਂ, ਚੈਲੰਜ ਦਾ ਕੋਈ ਸੰਗੀ ਨਹੀਂ। ਜਦੋਂ ਉਹ ਜਿਹਾ ਵਕਤ ਬਣਦਾ, ਸਭ ਤਰ੍ਹਾਂ ਦੇ ਇਹੀ ਚੀਜ਼ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਨਾ, ਸੁਖ ਮਿਆਨ ਬਹੁਤ ਮਿਲ ਬੈਠਤ ਰਹਿਤ ਚਾਹੋਂ ਦਿਸ ਘੇਰੇ, ਵਿਪਤ ਪਰੀ ਸਭੂ ਸੰਗ ਛਾੜਿਓ ਕਹੂ ਨਾ ਆਵਤ ਨੇਰੇ। ਅੱਜ ਦੀ ਦੁਨੀਆ ਦੇ ਤੇ ਬਿਲਕੁਲ ਸਿੱਧੇ ਤੌਰ ਤੇ ਢੁਕਦੀ ਚੀਜ਼ ਆ। ਪੌੜੀ ਦੇ ਵਿੱਚ ਜਿਹੜੀ ਹੈ ਸ਼ਬਦੀ ਅਰਥ ਕਰਦੀ ਹੈ ਨਾਲ ਹੀ। ਸਭ ਕਹਿੰਦੇ ਤੁਧ ਦੁੱਖ ਸੁੱਖ ਨਾਲ ਉਪਾਇਆ, ਲੇਖ ਕਰਤਾ ਲਿਖਿਆ। ਬਾਕੀ ਇਹ ਲੇਖਾਂ ਦੇ ਲੇਖ ਲਿਖੇ ਨੇ, ਕਰਤੇ ਨੇ, ਦੁੱਖ ਸੁੱਖ ਨਾਲ ਹੀ ਪੈਦਾ ਹੋਇਆ ਹੈ। ਸਾਨੂੰ ਕਈ ਵਾਰੀ ਲੱਗਦਾ ਮੈਂ ਕਿਸੇ ਕਰਕੇ ਦੁੱਖ ਸਹਿ ਰਿਹਾ, ਕੋਈ ਮੇਰੇ ਦੁੱਖ ਦਾ ਭਾਗੀ ਬਣਾ ਨਾ ਪਾਈ। ਤੂੰ ਜਿੱਥੇ ਮਰਜ਼ੀ ਚਲਾ ਜਾ, ਜੀਵਨ ਨਾ ਹੀ ਇੱਕ ਇਕੱਠੀ ਚੀਜ਼ ਆ। ਇੱਥੇ ਮਦਰ ਨੇਚਰ ਦਾ ਲਾ ਆ, ਮੁਸ਼ੱਕਤ ਕਰਨੀ, ਮਿਹਨਤ ਕਰਨੀ, ਜਿਹਨੂੰ ਅਸੀਂ ਸਫਰਿੰਗ ਕਹਿ ਰਹੇ ਹਾਂ। ਇਹਨੂੰ ਗੁਰੂ ਸਾਹਿਬ ਅਸਲ ਦੇ ਵਿੱਚ ਦਾਤ ਕਹਿੰਦੇ ਨੇ। ਸੋ ਕਹਿੰਦੇ ਇਹ ਲੇਖਾ ਨਾਲ ਲਿਖਿਆ, ਇਹ ਨਾਲ ਹੀ ਚੱਲੇਗਾ। ਅਗਲਾ ਬਚਨ ਲਿਖਿਆ ਤੇ ਨਾਲ ਹੀ, ਨਾਵੇਂ ਜੇਵੜ ਹੋਰ ਦਾਤ ਨਾਹੀਂ ਤਿਸ ਰੂਪ ਨਾ ਰਿਖਿਆ। ਬਾਕੀ ਨਾਮ ਦੀ ਦਾਤ ਇਹ ਤੇ ਬੜੀ ਬੇਅੰਤ ਆ। ਬਾਕੀ ਰੱਬ ਦੀ ਕੋਈ ਰੂਪ ਰੇਖਾ ਨਹੀਂ। ਕੋਈ ਬੰਦਾ ਕਹੇ ਵੇਅਰ ਇਜ਼ ਗੋਡ, ਸ਼ੋ ਮੀ। ਬਾਬਾ ਜੀ ਕਹਿੰਦੇ ਰੂਪ ਰੇਖਾ ਨਹੀਂ ਕੋਈ ਉਹਦੀ, ਇਹ ਤੇ ਵਿਸ਼ਵਾਸ ਦਾ ਨਾਂ ਆ। ਨਾਮ ਅਖੁੱਟ ਨਿਧਾਨ ਹੈ, ਗੁਰਮੁਖ ਮਨ ਵਸਿਆ। ਇਹ ਅਖੁੱਟ ਖਜ਼ਾਨਾ ਆ, ਗੁਰੂ ਵੱਲ ਮੂੰਹ ਕਰਨ ਨਾਲ ਸਾਡੇ ਮਨ ਵਿੱਚ ਵਸਦਾ ਹੈ। ਸਾਨੂੰ ਇਹ ਚੀਜ਼ ਦੀ ਸਮਝ ਆਉਂਦੀ ਹੈ। ਉਹਦੀ ਬਾਤ ਕੀਤੀ, ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ। ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਹੈ ਉਹਨਾਂ ਨੂੰ ਇਨਾਮ ਦੀ ਸੌਗਾਤ ਦੇ ਦਿੰਦਾ, ਫਿਰ ਉਹਨਾਂ ਦੇ ਲੇਖੇ ਛੁੱਟ ਜਾਂਦੇ ਨੇ। ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ। ਜਿਹੜੇ ਸੇਵਕ ਸੇਵਾਦਾਰ ਹੋ ਗਏ ਕਰਤਾਰੀ ਇਸ ਨਿਜ਼ਾਮਤ ਦੇ ਵਿੱਚ, ਜਿਨ ਹਰ ਜਪ ਜਪਿਆ, ਜਿਨ੍ਹਾਂ ਨੇ ਹਰੀ ਦਾ ਜਾਪ ਜਪ ਲਿਆ। ਇਹ ਸਾਰੇ ਮੈਸੇਜ ਨੂੰ ਲਗਾਤਾਰ ਅੰਦਰ ਪਰਸੀਵ ਕੀਤਾ, ਪ੍ਰੋਸੈਸ ਕੀਤਾ ਤੇ ਫੋਲੋ ਕੀਤਾ। ਡੈਫੀਨੇਟਲੀ ਉਹਨਾਂ ਨੇ ਅਸਲ ਰੂਪ ਦੇ ਵਿੱਚ ਸੱਤਿਆ ਦੀ ਸੰਭਾਲ ਕੀਤੀ ਤੇ ਉਹ ਸਤੀ ਰੂਹਾਂ ਬਣੀਆਂ ਧਰਤੀ ਦੇ ਉੱਤੇ। ਉਹਨਾਂ ਨੂੰ ਉਸ ਰਿਲੇਸ਼ਨਸ਼ਿਪ ਹੰਡਾਣੀ ਆ ਗਈ। ਉਹਨਾਂ ਨੇ ਕਰਤਾਰ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਬਣਾਏ ਹੋਏ ਸੰਸਾਰ ਦੇ ਵਿੱਚ ਜੀਵਨ ਦੇ ਅਸਲ ਸੁੱਖ ਨੂੰ, ਅਸਲ ਮੁਕਾਮ ਨੂੰ ਪ੍ਰਾਪਤ ਕੀਤਾ। ਸਭ ਰਹਿਮਤ ਕਰਨ। ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਹੋਏ, ਚੜ੍ਹਦੀ ਕਲਾ ਹੋਏ, ਇਹ ਦਿਲੀ ਅਰਦਾਸ ਆ। ਅੱਜ ਵਾਸਤੇ ਇੱਥੇ ਸਮਾਪਤੀ ਹੈ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।